ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਰਾਂ ਮਹਾਂ ਮਾਝ ਮਹਲਾ ਪੰਜਵਾਂ ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਦਸ ਪਰਮੈ ਤਕ ਆਏ ਪ੍ਰਭ ਕੀ ਸ਼ਾਮ। ਤੈਨ ਦੁਦੇ ਤੇ ਬਾਰੀ ਕਿਤੇ ਨ ਆਵੇ ਕਾਮ। ਜਲ ਵਿਨ ਸਾਖ ਕਮਲਾਵਤੀ ਉਪਜੇ ਨਹੀਂ ਦਾਮ। ਹਰ ਨਾਮ ਮਿਲਿਏ ਸਾਜੀਨੇ ਕਤ ਪਈਐ ਵਿਸਰਾਮ। ਜਿਤ ਕਰ ਹਰ ਕੰਤ ਨਾ ਪ੍ਰਗਟਈ ਪਠ ਨਗਰ ਸੇ ਗਰਾਮ। ਸਰਬ ਸਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣੀਆਂ ਉਪਜੇ ਨਹੀਂ ਦਾਮ। ਮੀਤ ਸਜਣ ਸਭ ਜਾਨ ਸਰਬ ਸਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸਜਣ ਸਭ ਜਾਮ। ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੈ ਨਾਮ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ। ਗੁਰੂ ਪਿਆਰੇ ਸਾਧ ਸੰਗਤਿਓ, ਅੱਜ ਦਾ ਮਹੀਨਾ ਵਿਸਾਖ ਦੇ ਮਹੀਨੇ ਤੋਂ ਸ਼ੁਰੂ ਹੁੰਦਾ। ਇਸ ਮਹੀਨੇ ਦੇ ਵਿੱਚ ਪਾਤਸ਼ਾਹ ਆਪਾਂ ਨੂੰ ਰੱਬ ਦੇ ਮਿਲਣ ਦੀਆਂ ਵਿਧੀਆਂ ਗੱਲਾਂ ਤੇ ਰਸਤਾ ਬਿਆਨ ਕਰਦੇ ਆ। ਅਸੀਂ ਰੱਬ ਨੂੰ ਕਿੱਦਾਂ ਮਿਲ ਸਕਦੇ ਹਾਂ। ਉੱਪਰ 12 ਮਾਹ ਦੇ ਵਿੱਚ ਉਹਨਾਂ ਬਿਆਨ ਕੀਤਾ ਕਿ ਇਸ ਮਾਤ ਲੋਕ ਦੇ ਵਿੱਚ ਆਉਣ ਵਾਸਤੇ ਸਾਡੇ ਕੋਲ ਕਰਮ ਐਸੇ ਹੋ ਗਏ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਦਾਤਾ ਅਸੀਂ ਕੋ ਕਿਰਤ ਐਸੀ ਕਰ ਬੈਠੇ ਹਾਂ, ਕੰਮ ਐਸਾ ਕਰ ਬੈਠੇ ਹਾਂ, ਕਰਤੂਤ ਐਸੀ ਹੋ ਗਈ ਤੇ ਤੋਂ ਵਿਛੜ ਗਏ ਹੈਗੇ ਹਾਂ। ਯੁੱਗ ਬੀਤ ਗਏ ਤੇ ਤੋਂ ਵਿਛੜਿਆ। ਰਹਿਮਤ ਕਰ ਸਾਡੇ ਤੇ। ਜ਼ਿੰਦਗੀ ਦੀਆਂ ਕਈ ਵਾਰ ਸ਼ਾਮਾਂ ਪਈਆਂ ਤੇ ਕਈ ਵਾਰੀ ਰਾਤਾਂ ਢਲੀਆਂ। ਹੁਣ ਤੇਰੇ ਚਰਨਾਂ 'ਚ ਆ ਗਿਆ। ਹੁਣ ਤੂੰ ਆਪਣੇ ਨਾਲ ਮਿਲਾ ਲੈ। 4 ਕੁੰਟਾਂ ਦਾ ਵੇਰਵਾ ਪਾਤਸ਼ਾਹ ਦਿੰਦੇ, ਪੂਰਬ ਪੱਛਮ ਉੱਤਰ ਦੱਖਣ। 4 ਕੁੰਟਾਂ ਦੇ ਵਿੱਚ 4 ਮਜ਼ਹਬ ਆ ਜਾਂਦੇ ਆ, ਹਿੰਦੂ ਮੁਸਲਿਮ ਸਿੱਖ ਈਸਾਈ। 4 ਕੁੰਟਾਂ ਦੇ ਵਿੱਚ ਸਾਡਾ ਜੋਬਨ ਜੀਵਨ ਆ ਜਾਂਦਾ, ਮਾਤਗਰਭ ਬਚਪਨਾ, ਜਵਾਨੀ ਤੇ ਬੁਢਾਪਾ। 4 ਕੁੰਟ ਸਾਡੇ ਉਹ ਜਿੱਥੋਂ ਅਸੀਂ ਵਿਛੜੇ ਹਾਂ। 7 ਲੋਕ, ਅਲੱਖ ਲੋਕ ਤੇ ਅਗੰਮ ਲੋਕ। ਏਡੀ ਦੂਰੋਂ ਵਿਛੜੇ ਹਾਂ। ਮੈਂ ਆਇਆ ਦੂਰੋਂ ਚੱਲ ਕੇ ਸ਼ਰਨ ਤੁਹਾਰੀ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੇ ਇਹ ਗੱਲ ਆਖੀ। ਤੋ ਬੰਦਾ ਹੱਸ ਪਿਆ। ਕਹਿੰਦਾ ਇੱਥੋਂ ਥੋੜ੍ਹੇ ਕਿਲੋਮੀਟਰ ਦੂਰ ਲਾਹੌਰ ਆ, ਲਾਹੌਰ ਤੋਂ ਹੀ ਆਏ। ਕਹਿੰਦੇ ਮੈਂ ਦੂਰੋਂ ਚੱਲ ਕੇ ਆਇਆ।
ਮਹਾਰਾਜ ਗੁਰੂ ਰਾਮਦਾਸ ਦੇ ਚਰਨਾਂ 'ਚ ਵਿਰਾਜਮਾਨ ਹੋਏ। ਗੱਲਾਂ ਬਾਤਾਂ ਚੱਲੀਆਂ। ਬਾਅਦ ਚੋਂ ਸੇਵਕ ਕਹਿੰਦਾ ਜੀ ਤੁਸੀਂ ਆ 40-50 ਕਿਲੋਮੀਟਰ ਤੋਂ ਤਾਂ ਚੱਲ ਕੇ ਆਏ, ਤੁਸੀਂ ਕਹਿੰਦੇ ਦੂਰੋਂ ਚੱਲ ਕੇ ਆਏ। ਮਹਾਰਾਜ ਹੱਸ ਕੇ ਕਹਿੰਦੇ ਉਹ ਭੈੜਿਆ ਅਸਾਂ ਰਮਜ ਪਾਈ ਸੀ ਕਿ ਮੈਂ ਸੱਚਖੰਡ ਤੋਂ ਤੇਤੋਂ ਵਿਛੜਿਆ ਹੋਇਆ। ਅਸੀਂ ਸਾਰੇ ਲੋਕ ਸੱਚਖੰਡ ਤੋਂ ਆਏ ਹਾਂ। 7 ਲੋਕ ਲੱਖ ਲੋਕ ਅਗੰਮ ਤੇ ਹੱਕ। ਉਹ ਲਾਈਟ ਦੇ ਵਿੱਚੋਂ ਸਾਡੀ ਇਹ ਛੋਟੀ ਜਿਹੀ ਜਿਹੜੀ ਆਤਮਾ ਰੂਹ ਆ ਨਾ, ਇਹ ਉਸ ਪਰਮਾਤਮਾ ਦੀ ਅੰਸ਼ ਹੈ। ਜਿੱਦਾਂ ਇੱਕ ਕੈਂਡਲ ਜਿਹੜੀ ਆ ਨਾ ਉਹ ਸੂਰਜ ਦੀ ਅੰਸ਼ ਹੈ, ਇੱਕ ਬੂੰਦ ਪਾਣੀ ਦੀ ਜਿਹੜੀ ਉਹ ਸਮੁੰਦਰ ਦੀ ਅੰਸ਼ ਹੈ। ਜਿੱਦਣ ਸਮੁੰਦਰ 'ਚ ਮਿਲ ਜਾਏਗੀ ਸਮੁੰਦਰ ਦਾ ਰੂਪ ਧਾਰਨ ਕਰ ਲੇਗੀ। ਕੈਂਡਲ ਦੀ ਅਗਨੀ ਸਮੁੰਦਰ 'ਚ ਸੂਰਜ ਦੇ ਵਿੱਚ ਚਲ ਜਾਏਗੀ, ਸਮੁੰਦਰ ਦਾ ਰੂਪ ਧਾਰਨ ਕਰ ਲੇਗੀ। ਸਾਡੀ ਆਤਮਾ ਜਦੋਂ ਪਰਮ ਆਤਮਾ ਬਣ ਗਈ ਨਾ, ਪਰਮ ਬਹੁਤ ਮਹਾਨ ਉੱਚੀ ਲਫ਼ਜ਼ ਹੈ ਪਰਮਾਤਮਾ। ਇਹਨੂੰ ਇਕੱਲੇ ਕਰ ਲਓ, ਪਰਮ ਤਮਾ ਐਡਾ ਸਾਇਲੈਂਟ ਆ ਜਾਂਦਾ ਵਿੱਚ। ਸਾਡੀ ਆਤਮਾ ਜਦੋਂ ਪਰਮ ਆਤਮਾ ਬਣ ਜਾਂਦੀ ਆ, ਬੁਲੰਦੀਆਂ ਅਸਮਾਨਾਂ ਤੇ ਰੂਹਾਨੀਆਂ ਦੀਆਂ ਛੂਹਣ ਲੱਗ ਪੈਂਦੀ ਆ, ਫਿਰ ਇਹ ਆਤਮਾ ਜਿਹੜੀ ਪਰਮ ਆਤਮਾ ਬਣ ਜਾਂਦੀ, ਐਡਾ ਸਾਇਲੈਂਟ ਹੋ ਜਾਂਦਾ। ਅਗਲਾ ਲਫ਼ਜ਼ ਬਣ ਜਾਂਦਾ ਪਰਮਾਤਮਾ। ਜਿਹੜਾ ਕੰਨਾ ਹੈਗਾ ਨਾ, ਉਹ ਐੜੇ ਦੀ ਆਵਾਜ਼ ਨੂੰ ਆਪਣੇ ਅੰਦਰ ਸਾਇਲੈਂਟ ਕਰ ਲੈਂਦਾ, ਲੁਕੋ ਲੈਂਦਾ ਆਪਣੇ ਅੰਦਰ। ਜਿੱਦਾਂ ਸਾਡੀ ਆਤਮਾ ਇਸ ਸਰੀਰ ਦੇ ਵਿੱਚ ਲੁਕੀ ਬੈਠੀ ਹੈਗੀ ਆ। ਪਰਮ ਆਤਮਾ ਪਰਮਾ, ਉਹ ਐੜਾ ਸਾਇਲੈਂਟ ਹੋ ਗਿਆ। ਸਾਡੀ ਆਤਮਾ ਐੜੇ ਦੀ ਤਰ੍ਹਾਂ ਸਾਡੇ ਇਸ ਸਰੀਰ ਦੇ ਵਿੱਚ ਲੁਕੀ ਬੈਠੀ ਹੈਗੀ ਆ। ਮਾਲਕ ਵੀ ਇੱਥੇ ਹੀ ਆ। ਉਹ ਕਹਿੰਦੇ ਹਰ ਮੰਦਰ ਇਹ ਸਰੀਰ ਹੈ ਜਿਸ ਵਿੱਚ ਬਸੇ ਨਿਰੰਕਾਰ। ਆ ਸਰੀਰ ਦੇ ਵਿੱਚ ਵਸਦਾ ਵਾ। ਉਹ ਇੱਟਾਂ ਪੱਥਰਾਂ ਦੇ ਮਕਾਨਾਂ 'ਚ ਨਾ ਲੱਭਿਆ ਕਿਸੇ ਨੂੰ, ਨਾ ਲੱਭਣਾ, ਨਾ ਕੋਈ ਲੱਭ ਸਕੇਗਾ। ਜੇ ਤੁਸੀਂ ਲੱਭਣਾ ਚਾਹੋਗੇ ਨਾ, ਅੰਦਰੋਂ ਮਿਲਣਾ। ਸਭ ਕਿਛ ਘਰ ਮੋਹੇ ਬਾਹਰ ਨਹੀਂ, ਬਾਹਰ ਟੋਲੇ ਤੋਂ ਪਰਮ ਭਲਾਈ। ਪਾਤਸ਼ਾਹ ਕਹਿੰਦੇ ਜਿੱਦਾਂ ਇੱਕ ਗਊ ਦੁੱਧ ਤੋਂ ਬਗੈਰ ਉਹਦੀ ਕੋਈ ਕੀਮਤ ਨਹੀਂ ਹੁੰਦੀ, ਤੇ ਫਸਲ ਪਾਣੀ ਨਾ ਮਿਲੇ ਤਾਂ ਸੁੱਕ ਜਾਂਦੀ ਆ, ਕੋਈ ਉਹਦੀ ਕੀਮਤ ਨਹੀਂ ਪੈਂਦੀ ਹੈਗੀ। ਹਾਂਜੀ, ਤੇਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜੇ ਨਹੀਂ ਦਾਮ। ਹਰ ਨਾ ਮਿਲੀਏ ਸਾਜਨੇ ਕਤ ਪਾਈਏ ਬਸਰਾ। ਕਿ ਜਦ ਤੱਕ ਉਹ ਪ੍ਰਭੂ ਪਰਮਾਤਮਾ ਮਿਲਦਾ ਨਹੀਂ, ਆਰਾਮ ਤੇ ਸੁੱਖ ਦੀ ਨੀਂਦ ਨਹੀਂ ਆ ਸਕਦੀ, ਚੈਨ ਨਹੀਂ ਮਿਲ ਸਕਦੀ। ਉਹਦਾ ਮਿਲਣਾ ਬਹੁਤ ਜ਼ਰੂਰੀ ਹੈ। ਉਹ ਕਿਹਦੇ ਜ਼ਰੀਏ ਮਿਲੇਗਾ? ਸਾਹਿਬ ਫਰਮਾਨ ਕਰਦੇ ਜਿਤ ਘਰ ਹਰ ਕੰਤ ਨਾ ਪ੍ਰਗਟੀ, ਪੱਠ ਨਗਰ ਸੇ ਗ੍ਰਾਮ। ਜੇ ਸਰੀਰ ਦੇ ਅੰਦਰੋਂ ਪਰਮਾਤਮਾ ਪ੍ਰਗਟ ਨਹੀਂ ਹੋਇਆ, ਦਾਤਾ ਕਿਸੇ ਨੂੰ ਦਰਸ਼ਨ ਹੀ ਨਹੀਂ ਦਿੱਤੇ, ਤੇ ਇਹ ਸਰੀਰ ਜਿਹੜੀ ਭੱਠੀ ਇੱਦਾਂ ਤਪਦੀ ਹੁੰਦੀ ਨਾ ਅੱਗ ਦੇ ਨਾਲ, ਇਹ ਸਰੀਰ ਦੀ ਭੱਠੀ ਵਕਾਰਾਂ ਦੀ ਅੱਗ ਨਾਲ ਇੱਦਾਂ ਮਗ ਰਹੀ ਹੈ, ਤਪ ਰਹੀ ਹੈ। ਕਾਮ ਕਰੋ ਲੋਭ ਮੋਹ ਅਹੰਕਾਰ ਦੀ ਅੱਗ ਨਾਲ। ਸਰਬ ਸੰਗਾਰ ਤੰਬੋਧ ਰਸ, ਸਣ ਦੇਹੀ ਸਭ ਖਾਮ। ਜਿੰਨੇ ਮਰਜ਼ੀ ਸ਼ਿੰਗਾਰ ਕਰ ਲਓ, ਜਿੰਨੀਆਂ ਮਰਜ਼ੀ ਤੁਸੀਂ ਤਰੀਕਿਆਂ ਦੇ ਨਾਲ ਆਪਣੇ ਸਰੀਰ ਨੂੰ ਸਜਾ ਲਓ, ਸਾਰੇ ਦੇ ਸਾਰੇ ਨਾਸਵੰਦ ਹੈਗੇ ਆ। ਸਭ ਖਾਮ, ਸਾਰਾ ਕੁਛ ਵਿਅਰਥ ਹੈ, ਨਾਸਵੰਦ ਹੈ। ਖਾਮ ਦਾ ਮਤਲਬ ਨਾਸਵੰਦ। ਪ੍ਰਭ ਸੁਆਮੀ ਕੰਤ ਵੀ ਹੋਣੀਆਂ, ਮੀਤ ਸੱਜਣ ਸਭ ਜਾਮ। ਨਾਨਕ ਕੀ ਬਨੰਤੀਆਂ ਕਰ ਕਿਰਪਾ ਦੀਜੇ ਨਾਮ। ਹੇ ਨਾਨਕ, ਹੇ ਦਾਤਾ, ਗੁਰੂ ਨਾਨਕ ਵੀ ਕਹਿ ਰਹੇ ਆ, ਹੇ ਅਕਾਲ ਪੁਰਖ ਮੈਨੂੰ ਉਹ ਨਾਮ ਦੇ। ਜਦੋਂ ਗੁਰੂ ਨਾਨਕ ਨੇ ਗੁਰੂ ਧਾਰਨ ਕੀਤਾ ਸੀ ਤੇ ਉਹਨਾਂ ਤੋਂ ਇਹੀ ਦਾਤ ਮੰਗੀ ਸੀ, ਕਿਹੜੀ? ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਕਹਿੰਦੇ ਹੋਰ ਕੁਛ, ਕਹਿੰਦੇ ਹੋਰ ਕੁਛ ਮੰਗਣਾ? ਅੰਤਰਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਐ ਸੁਖ ਮੰਗੇ ਮੋਹ ਕੋ ਕਰ ਸੰਤਨ ਕੀ ਧੂਰੇ। ਗੁਰੂ ਨਾਨਕ ਮੰਗਦੇ ਚੇਤਨ ਦਾਸ ਸੁਆਮੀ ਨੂੰ
ਜਿਹਨੂੰ ਉਹਨਾਂ ਗੁਰੂ ਧਾਰਨ ਕੀਤਾ। 20 ਰੁਪਈਆਂ ਦਾ ਲੰਗਰ ਤੇ ਰਸ਼ਦ ਤਿਆਰ ਕਰਕੇ ਛਕਾਈ, ਆਪਣੇ ਹੱਥੀਂ ਕੰਬਲੀਆਂ ਲੈ ਕਰਕੇ ਦਿੱਤੀਆਂ। ਤੇ ਲੋਕੀ ਪਤਾ ਕਹਿੰਦੇ ਭੁੱਖੇ ਨੰਗੇ ਸਾਧੂਆਂ ਨੂੰ ਗੁਰੂ ਨਾਨਕ ਨੇ ਲੰਗਰ ਛਕਾਇਆ। ਮੈਨੂੰ ਬੜਾ ਹਾਸਾ ਆਉਂਦਾ ਹੈ। ਦੇਖੋ, ਅੱਖਾਂ ਖੋਲ੍ਹ ਕੇ ਦੇਖੋ ਕੌਣ ਸੀਗੇ ਉਹ। ਜੇ ਤੁਹਾਡੀ ਅੱਖ ਖੁੱਲ੍ਹਦੀ ਹੋਵੇ ਨਾ, ਜੇ ਇਹ 10ਵਾਂ ਦੁਆਰ ਖੁੱਲ੍ਹਦਾ ਹੋਵੇ ਤਾਂ ਤੁਹਾਨੂੰ ਪਤਾ ਲੱਗੇ ਉਹ ਨੰਗੇ ਭੁੱਖੇ ਸਾਧੂ ਸੀ ਜਾਂ ਉਹ ਮਹਾਂਪੁਰਖ ਸੀਗੇ ਜਿਨ੍ਹਾਂ ਨੇ 48 ਘੰਟੇ ਲਗਾਤਾਰ ਵੇਦਾਂ ਦੇ ਪਾਠ ਕਰਦਿਆਂ ਨੂੰ 48 ਘੰਟੇ ਮੁੱਖ ਦੇ ਵਿੱਚ ਪਾਣੀ ਤੱਕ ਨਹੀਂ ਸੀ ਪਾਇਆ। 48 ਘੰਟੇ ਉਹ ਮਹਾਂਪੁਰਖ ਸੀਗੇ। ਤੇ ਲੋਕੀ ਕਹਿੰਦੇ ਭੁੱਖੇ ਨੰਗੇ ਸਾਧੂ ਸੀ। ਤੁਹਾਨੂੰ ਇਹੋ ਹੀ ਕਹਿਣਗੇ। ਗੁਰੂ ਨਾਨਕ ਨੇ ਉਹਨਾਂ ਨੇ ਲੰਗਰ ਲਾਇਆ। ਸੱਚਾ ਸੌਦਾ ਨਾਂ ਲੰਗਰ ਦਾ ਤਾਂ ਕੋਈ ਰੱਖਦਾ ਨਹੀਂ। ਤੁਸੀਂ ਇੰਨੇ ਲੰਗਰ ਲਾਉਂਦੇ, ਕਦੀ ਨਾਂ ਰੱਖੋਗੇ ਸੱਚਾ ਸੌਦਾ? ਗੁਰੂ ਨਾਨਕ ਕਹਿੰਦੇ ਮੈਂ ਸੱਚਾ ਸੌਦਾ ਕੀਤਾ, ਵੱਟੇ 'ਚ ਨਾਮ ਲਿਆ ਵੈ। ਇਹ ਸੱਚਾ ਸੌਦਾ। ਮੱਝਾਂ ਨਹੀਂ ਖਰੀਦੀਆਂ ਹੈਗੀਆਂ, ਕੋਈ ਚੀਜ਼ ਨਹੀਂ ਖਰੀਦੀ, ਨਾਮ ਲਿਆ ਵੈ, ਸ਼ਬਦ ਲਿਆ ਵੈ, ਜਿਹਦੇ ਨਾਲ ਮਨ ਨੂੰ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਆਹ ਚੀਜ਼ ਚਾਹੀਦੀ ਹੈ, ਦੇ ਦਿੱਤੀ। ਕਿਹੜੇ ਮਹਾਂਪੁਰਖ ਹੋਏ ਜਿਹਦਾ ਗੁਰੂ ਨਹੀਂ ਹੋਇਆ? ਗੁਰੂ ਗੋਬਿੰਦ ਸਿੰਘ ਦੇ 2 ਗੁਰੂ ਹੋਏ। ਗੁਰੂ ਤੇਗ ਬਹਾਦਰ ਪਾਤਸ਼ਾਹ ਅਧਿਆਤਮਕ ਦੇ, ਔਰ ਮਾਮਾ ਕਿਰਪਾਲ ਜੀ, ਜਿਨ੍ਹਾਂ ਦਾ ਨਾਮ ਉਸ ਵੇਲੇ ਮਾਮਾ ਕਿਰਪਾਲ ਦਾਸ ਸੀ। ਮਾਤਾ ਗੁਜਰੀ ਦੇ ਭਾਈ, ਜਿਨ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ਸਤਰ ਵਿੱਦਿਆ ਸਿਖਾਈ। ਰਾਮ ਦੇ 2 ਗੁਰੂ ਸੀ, ਵਸ਼ਿਸ਼ਟ ਤੇ ਵਿਸ਼ਵਾਮਿੱਤਰ। ਵਿਸ਼ਵਾਮਿੱਤਰ ਨੇ ਸ਼ਸਤਰ ਵਿੱਦਿਆ ਸਿਖਾਈ ਤਾਂ ਵਸ਼ਿਸ਼ਟ ਨੇ ਧਾਰਮਿਕ ਗਿਆਨ ਦਿੱਤਾ। ਕ੍ਰਿਸ਼ਨ ਦੇ ਗੁਰੂ ਹੋਏ ਦਰਵਾਸ਼ਾ ਰਿਸ਼ੀ, ਜਿਨ੍ਹਾਂ ਨੂੰ ਗਿਆਨ ਦਿੱਤਾ। ਕੋਈ ਐਸਾ ਧਰਤੀ ਦੇ ਉੱਤੇ ਐਡਾ ਵੱਡਾ ਮਹਾਂਪੁਰਖ ਨਹੀਂ ਆਇਆ ਜਿਹਦਾ ਗੁਰੂ ਨਾ ਹੋਵੇ। ਰਾਜਾ ਜਨਕ ਵਰਗੇ, ਜਿਨ੍ਹਾਂ ਨੂੰ ਗੁਰੂ ਧਾਰਨ ਕਰਨਾ ਪਿਆ, ਜਿਹਦੀ ਗੁਰੂ ਨਾਨਕ ਮਹਿਮਾ ਬਿਆਨ ਕਰਦੇ ਗੁਰਬਾਣੀ ਦੇ ਵਿੱਚ। ਧੰਨ ਧੰਨ ਰਾਜਾ ਜਨਕ, ਜਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਿਓ ਜਨ ਪਾਪੀ ਤਾਰੇ ਨੇ। 18 ਨਰਕ ਕੁੰਡ ਖਾਲੀ ਕਰ ਦਿੱਤੇ ਸੀ ਨਾਮ ਜਪ ਕੇ। ਆ ਤੁਸੀਂ ਲੋਕ ਆਪਣੇ ਆਪ ਨੂੰ ਨਹੀਂ ਸਵਾਰ ਸਕਦੇ। ਤੁਸੀਂ ਆਪਣਾ ਜ਼ਿੰਦਗੀ ਦਾ ਰੋਗ ਨਹੀਂ ਕੱਟ ਸਕਦੇ। ਮੈਨੂੰ ਕਈ ਵਾਰੀ ਹਾਸਾ ਆਉਂਦਾ, ਆਹ ਬੋਤਲ ਜਲਦੀ, ਇਹ ਪਤਾ ਨਹੀਂ ਕਿਹੜੀ ਕੰਪਨੀ ਤੋਂ ਬਣ ਕੇ ਆ ਕੇ ਇੱਥੇ ਪਈ ਹੈਗੀ ਆ, ਇਹ ਸੀਲ ਆ, ਤੁਸੀਂ ਮੰਗ ਲੈ ਜਲ ਦੇ ਦਿਓ। ਮੈਂ ਕਈ ਵਾਰੀ ਪੁੱਛਦਾ ਨਾ ਤੁਹਾਨੂੰ ਇਹਦਾ ਕੋਈ ਫਾਇਦਾ? ਹਾਂਜੀ, ਬੜਾ ਫਾਇਦਾ ਹੁੰਦਾ। ਜੇ ਇਹ ਜਲ ਦਾ ਫਾਇਦਾ ਤੁਹਾਡੇ ਦੇਖਣ ਦੇ ਨਾਲ, ਤੁਹਾਡੇ ਚਰਨ ਛੂਹ ਪਾਉਣ ਦੇ ਨਾਲ ਇਹ ਜਲ ਦੇ ਵਿੱਚ ਕੁਛ ਆ ਜਾਂਦਾ ਨਾ, ਤੇ ਕਿਆ ਆ ਐਡੀ ਵੱਡੀ ਗੁਰਬਾਣੀ ਦਾ ਸਰੂਪ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਸੀਂ ਵੇਖ ਕੇ ਉਹ ਤੁਹਾਡੇ ਵਿੱਚ ਕੁਛ ਨਹੀਂ ਆਵੇਗਾ? ਕਿਉਂ ਨਹੀਂ ਆਉਂਦਾ? ਤੁਸੀਂ ਚਾਹੁੰਦੇ ਨਹੀਂ ਹੈਗੇ, ਚਾਹੁੰਦੇ ਨਹੀਂ। ਹਰ ਸ਼ਬਦ ਦੇ ਵਿੱਚ ਦੇਖੋ ਕੀ ਕੁਛ ਆਖਿਆ ਹੋਇਆ। ਮਹਾਰਾਜ ਅਖੀਰ ਤੇ ਕਹਿੰਦੇ ਨਾਨਕ ਕੀ ਬਨੰਤੀਆਂ ਕਰ ਕਿਰਪਾ ਦੀਜੇ ਨਾਮ, ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਚਲ ਧਾਮ। ਮੈਨੂੰ ਉਸ ਧਾਮ ਦੇ ਵਿੱਚ ਲੈ ਜਾ ਜਿੱਥੇ ਖੁਸ਼ੀਆਂ ਹੀ ਖੁਸ਼ੀਆਂ, ਆਨੰਦ ਹੀ ਆਨੰਦ, ਜਿੱਥੇ ਤੇਰ ਮੇਰ ਹੈ ਨਹੀਂ, ਜਿੱਥੇ ਈਰਖਾ ਜੈਲਸ ਹੈ ਨਹੀਂ, ਜਿੱਥੇ ਜਾਤ ਪਾਤ ਦਾ ਬੰਧਨ ਹੈ ਨਹੀਂ। ਮੈਨੂੰ ਉੱਥੇ ਉਸ ਘਰ ਦੇ ਵਿੱਚ ਲੈ ਜਾ, ਇਹ ਮਹਾਰਾਜ ਕਹਿੰਦੇ ਆ। ਤੋ ਅੱਜ ਦੇ ਮਹੀਨੇ ਦੇ ਉੱਤੇ ਗੁਰੂ ਅਰਜਨ ਪਾਤਸ਼ਾਹ ਆਪਾਂ ਨੂੰ ਦੇਖੋ ਕੀ ਕਹਿੰਦੇ ਹੈਗੇ। ਵੈਸਾਖ ਧੀਰਨ ਕਿਉਂ ਵਾਢੀਆ, ਜਿਨਾ ਪ੍ਰੇਮ ਵਿਛੋ, ਹਰ ਸਾਜਨ ਪੁਰਖ ਵਸਾਰੀ ਕੇ, ਲੱਗੀ ਮਾਇਆ ਧੋ। ਵਿਸਾਖ ਦੇ ਮਹੀਨੇ ਦੇ ਵਿੱਚ ਧੀਰਜ ਕਿੱਦਾਂ ਆਵੇਗਾ? ਮਹਾਰਾਜ ਕਹਿੰਦੇ ਕਿਉਂ ਵਾਢੀਆ, ਕਿਉਂ ਵਾਢੀਆ, ਇਹ ਰੂਹਾਂ ਕਿਉਂ ਵਿਛੜੀਆਂ? ਦਾਤਾ ਰੂਹਾਂ ਕਿਉਂ ਵਿਛੜੀਆਂ ਤੇਰੇ ਕੋਲੋਂ? ਉੱਪਰ ਬਿਆਨ ਕੀਤਾ ਕਿ ਕਿਰਤ ਐਸੀ ਹੋ ਗਈ, ਕਰਮ ਐਸਾ ਹੋ ਗਿਆ। ਕਿਉਂ ਵਾਢੀਆਂ, ਕਿਉਂ ਵਿਛੋੜਿਆ ਸਾਨੂੰ? ਮਾਲਕ ਨੂੰ ਕਹਿ ਰਿਹਾ ਗੁਰੂ ਅਰਜਨ ਪਾਤਸ਼ਾਹ ਮਹਾਰਾਜ। ਹਰ ਸੱਜਣ
ਪਰ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ। ਇੱਡੀ ਵੱਡੀ ਤਾਕਤ ਜਿਹਨੇ ਸਾਨੂੰ ਇਹ ਸਰੀਰ ਬਣਾ ਕਰਕੇ ਧਰਤੀ ਤੇ ਭੇਜਿਆ, ਅਸੀਂ ਉਹਨੂੰ ਵਿਸਾਰ ਦਿੱਤਾ, ਉਹਨੂੰ ਭੁੱਲ ਗਏ ਹਾਂ। ਸੋ ਕਿਉਂ ਵਿਸਰੇ ਜਿਹਨੂੰ ਸਭ ਕੁਛ ਦਿਆ, ਅਸੀਂ ਉਹਨੂੰ ਭੁੱਲ ਗਏ। ਫਿਰ ਦੁੱਖ ਤੇ ਆਉਣੇ ਆਉਣੇ ਆ, ਤਕਲੀਫਾਂ ਆਉਣੀਆਂ ਹੀ ਆਉਣੀਆਂ। ਉਹ ਅਸੀਂ ਇੰਨੇ ਗੁਨਾਹਗਾਰ ਹਾਂ, ਇੰਨੇ ਚਤਨ, ਇੰਨੇ ਮਤਲਬ ਪ੍ਰਸਤ ਹਾਂ। ਜਿਸ ਮਾਲਕ ਨੇ ਸਾਡੀ ਇੰਨੀ ਵਧੀਆ ਸ਼ਕਲ ਬਣਾ ਕੇ ਸਾਨੂੰ ਇੰਨਾ ਵਧੀਆ ਰੂਪ ਦੇ ਕੇ ਧਰਤੀ ਤੇ ਭੇਜਿਆ, ਅਸੀਂ ਉਹਦੀ ਪਰਵਾਹ ਨਹੀਂ ਕਰਦੇ, ਉਹਨੂੰ ਭੁੱਲ ਗਏ ਹੈਗੇ। ਇਹ ਮਹਾਰਾਜ ਕਹਿ ਰਹੇ, ਮੈਂ ਨਹੀਂ ਕਹਿ ਰਿਹਾ, ਮਹਾਰਾਜ ਕਹਿ ਰਹੇ। ਅਸੀਂ ਉਹਨੂੰ ਹੀ ਵਿਸਾਰ ਦਿੱਤਾ। ਪੈਸਿਆਂ ਦੇ ਲਾਲਚ ਤੇ ਮਾਇਆ, ਮਾਇਆ ਦੇ ਵਿੱਚ ਬੱਚੇ ਆ ਜਾਂਦੇ ਆ, ਬਿਲਡਿੰਗ ਆ ਜਾਂਦੀ ਆ, ਪੈਸਾ ਆ ਜਾਂਦਾ। ਇਹ ਮਾਇਆ ਵਾ। ਮਾਇਆ ਦੇ ਮੋਹ ਦੇ ਵਿੱਚ ਅਸੀਂ ਮਾਲਕ ਨੂੰ ਵਿਸਾਰ ਦਿੱਤਾ ਹੈ, ਦਾਤੇ ਨੂੰ ਵਿਸਾਰ ਦਿੱਤਾ। ਦਾਤਾ ਦੇ ਪਿੱਛੇ ਲੱਗ ਕੇ ਦਾਤ ਪਿਆਰੀ ਨਾਨਕਾ ਵਿਸਰ ਗਏ ਦਤਾਰ। ਅੱਗੇ ਪਾਤਸ਼ਾਹ ਦੇਖੋ ਕੀ ਕਹਿੰਦੇ ਆ, ਪੁੱਤਰ ਕਲਤਰ ਨਾ ਸੰਗ ਤਨਾ ਹਰਿ ਅਬਨਾਸੀ ਕੋ। ਪੁੱਤਰਾਂ ਨੇ ਧੀਆਂ ਨੇ ਕਲਤਰ, ਮਹਾਰਾਜ ਕਹਿੰਦੇ ਕਲਤਰ, ਇਸਤਰੀ ਨੂੰ ਕਲਤਰ ਆਖਿਆ ਗਿਆ। ਬਾਣੀ ਆ, ਰਮਜ ਹੈ। ਪੁੱਤਰ ਤੇ ਕਲਤਰ, ਇਸਤਰੀ ਪੁਰਖ ਆਪਣੇ ਮਤਲਬ ਵਾਸਤੇ ਆ, ਉਹ ਤੁਹਾਡੇ ਸਕੇ ਨਹੀਂ ਹੈਗੇ। ਮਹਾਰਾਜ ਇੱਥੇ ਆਪ ਹੀ ਕਹਿ ਰਹੇ ਆ, ਪੁੱਤਰ ਕਲਤਰ ਨਾ ਸੰਗ ਧਨਾ ਹਰ ਅਬਨਾਸੀ। ਉਹਦੇ ਤੋਂ ਬਗੈਰ, ਅਬਨਾਸੀ ਪਰਮਾਤਮਾ ਤੋਂ ਬਗੈਰ ਤੁਹਾਡੇ ਆ ਜਿਹੜੇ ਰਿਸ਼ਤੇਦਾਰ ਆ, ਤੁਹਾਡੇ ਕੁਛ ਨਹੀਂ ਲੱਗਦੇ। ਇਹਨਾਂ ਤੁਹਾਡਾ ਕਿਸੇ ਨੂੰ ਸਾਥ ਨਹੀਂ ਦੇਣਾ ਹੈਗਾ। ਪਲਚ ਪਲਚ ਸਗਲੀ ਮੁਈ ਝੂਠੇ ਤੰਦੇ ਮੋਹ। ਭਰਮਾਂ ਦੇ ਵਿੱਚ, ਭਰਮਾਂ 'ਚ ਪੈ ਪੈ ਕੇ, ਘੁੰਮ ਕੇ, ਝੂਠੇ ਧੰਦਿਆਂ ਦੇ ਵਿੱਚ ਲੱਗ ਕੇ, ਮੋਹ ਦੇ ਵਿੱਚ ਫਸ ਕਰਕੇ, ਏਕ ਸਰ ਕੇ ਨਾਮ ਬਿਨ ਅੱਗੇ ਲਈਏ ਖੋਏ। ਇਹ ਜਿੰਨੇ ਵੀ ਸਾਡੇ ਮਾਇਆ ਦੇ ਧੰਦੇ ਹੈਗੇ ਆ, ਸਾਡੇ ਰਿਸ਼ਤੇ ਨਾਤੇ ਹੈਗੇ ਆ, ਅਸੀਂ ਮਾਇਆ ਦੇ ਮੋਹ 'ਚ ਲੱਗ ਕਰਕੇ ਅਸੀਂ ਜਿਹੜਾ ਸਾਡਾ ਅੱਗਾ ਵਾ, ਜਿੱਥੇ ਜਾ ਕਰਕੇ ਅਸੀਂ ਵਸਣਾ ਵਾ, ਉਹ ਸਾਰੇ ਦਾ ਸਾਰਾ ਬਰਬਾਦ ਕਰ ਲੈਂਦੇ ਹੈਗੇ ਆ, ਉਹਨੂੰ ਭੁੱਲੇ ਬੈਠੇ ਹੈਗੇ ਆ। ਉਹ ਤੋਂ ਬਗੈਰ ਮਹਾਰਾਜ ਕਹਿੰਦੇ ਏਕ ਹਰ ਕੇ ਨਾਮ ਬਿਨ ਅੱਗੇ ਲਈਏ ਖੋਏ। ਸਾਰਾ ਖੋ ਲਿਆ, ਅੱਗਾ ਸਾਡਾ ਖਤਮ ਹੋ ਗਿਆ, ਬਣਾਇਆ ਹੀ ਕੁਛ ਨਹੀਂ। ਉਹ ਪਰਮਾਤਮਾ ਦੇ ਇੱਕ ਪਰਮਾਤਮਾ ਦੇ ਨਾਮ ਤੋਂ ਬਗੈਰ ਸਭ ਕੁਝ ਖਤਮ ਕਰ ਲਿਆ, ਆਪ ਹੀ ਖਤਮ ਕਰ ਲਿਆ। ਕਿਸੇ ਨਹੀਂ, ਅਸੀਂ ਆਪ ਕਰ ਲਿਆ। ਦਇਓ ਵਿਸਾਰ ਬਗੁਚਣਾ ਪ੍ਰਭ ਬਿਨ ਅਵਰ ਨ ਕੋਏ। ਦਇਓ ਵਿਸਾਰ, ਮਹਾਰਾਜ ਕਹਿੰਦੇ ਆ, ਪਰਮੇਸ਼ਰ ਦਾਓ, ਦਇਆ, ਦਾਤਾ, ਦਿਓ। ਉਹਦੇ ਤੋਂ ਬਗੈਰ, ਪਰਮੇਸ਼ਰ ਤੋਂ ਬਗੈਰ ਉਹਨੂੰ ਵਿਸਾਰ ਕੇ ਵਿਗੁਚਣਾ, ਮਹਾਰਾਜ ਕਹਿੰਦੇ ਆ, ਖੁਆਰ ਹੋਵਾਂਗੇ। ਪਰਮੇਸ਼ਰ ਤੋਂ ਬੇਮੁਖ ਹੋਇਆ ਰਾਮ ਤੇ ਲੱਗਣ ਜਨਮ ਵਿਯੋਗ, ਖਿਲਵੇਂ ਕੌੜੇ ਹੋ ਗਏ ਜਿਤੜੇ ਮਾਇਆ ਤੋਂ। ਪਰਮਾਤਮਾ ਨੂੰ ਵਿਸਾਰ ਦਿੱਤਾ ਹੈਗਾ ਤੇ ਫਿਰ ਅਸੀਂ ਕੀ ਚਾਹੁੰਦੇ ਆ? ਖੁਆਰ ਹੁੰਨੇ ਫਿਰਦੇ ਹੈਗੇ ਆ। ਪਰਮਾਤਮਾ ਦੇ ਬਿਨਾਂ ਸਾਡਾ ਕੋਈ ਸਾਥੀ ਨਹੀਂ ਹੈ। ਪ੍ਰਭ ਬਿਨ ਅਵਰ ਨ ਕੋਈ। ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਏ। ਸਾਹਿਬ ਪ੍ਰਵਾਨ ਕਰਦੇ, ਜਿਹੜਾ ਪ੍ਰੀਤਮ ਦੇ ਚਰਨਾਂ ਨਾਲ, ਗੁਰੂ ਦੇ ਚਰਨਾਂ ਨਾਲ, ਪੂਰਨ ਪੁਰਖ ਦੇ ਚਰਨਾਂ ਨਾਲ ਜੁੜ ਜਾਂਦਾ ਨਾ, ਉਹਦੀ ਸੋਭਾ ਹੁੰਦੀ। ਸੋਏ ਮੀਨ ਸੋਭਾ ਹੁੰਦੀ ਹੈ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮੇਲੋ ਪ੍ਰਾਪਤ ਹੋਏ।
ਸਾਹਿਬ ਫਰਮਾਨ ਕਰਦੇ ਆ, ਦਾਤਾ ਮੇਰੀ ਨਾਨਕ ਦੀ ਤੇਰੇ ਚਰਨਾਂ 'ਚ ਬੇਨਤੀ ਆ, ਪ੍ਰਭ ਮਿਲੋ ਪ੍ਰਾਪਤ ਹੋਏ। ਇਹ ਦਾਤਾ ਜੇ ਤੂੰ ਮੈਨੂੰ ਗੁਰੂ ਮਿਲਾ ਦੇਗਾ ਨਾ, ਫਿਰ ਮੈਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ, ਮੈਂ ਪਰਮਾਤਮਾ ਨੂੰ ਮਿਲ ਸਕਦਾ ਗੁਰੂ ਤੋਂ ਬਗੈਰ। ਬਿਨ ਗੁਰ ਸੰਗੀ ਨਾ ਕੋ ਤੇਰਾ, ਪਰਦੇਸ ਵਸਿਓ ਹਰ ਪ੍ਰੀਤਮ ਮੇਰਾ। ਗੁਰਬਿਨ ਦਾਤ ਉਹ ਨਾ ਪਾਵੇ, ਲੱਖ ਕੋਟ ਜੇ ਕਰਮ ਕਮਾਵੇ। ਕਰੋੜਾਂ ਜਨਮ ਆ ਕੇ ਧਰਤੀ ਤੇ ਕੰਮ ਕਰਦੇ ਰਹੋ, ਬੰਦਗੀਆਂ ਕਰਦੇ ਰਹੋ, ਜਪ ਤਪ ਪਾਠ ਪੂਜਾ ਕਰਦੇ ਰਹੋ, ਜੇ ਨਾਮ ਨਹੀਂ ਪੱਲੇ ਹੈਗਾ ਤਾਂ ਕੁਛ ਨਹੀਂ ਹੈਗਾ। ਬਾਣੀ ਕਹਿ ਰਹੀ ਹੈ, ਜਪ ਤਪ ਪਾਠ ਪੂਜਾ ਸਭ ਉੱਪਰ ਨਾਮ। ਸਾਰੇ ਜਪਾਂ ਤਪਾਂ ਤੋਂ, ਪਾਠਾਂ ਤੋਂ, ਪੂਜਾ ਤੋਂ, ਪੁੰਨ-ਦਾਨ ਤੋਂ ਉੱਪਰ ਨਾਮ ਹੈ। ਜੇ ਤੁਹਾਡੇ ਪੱਲੇ ਉਹ ਨਹੀਂ ਹੈਗਾ ਨਾ, ਤੇ ਤੁਹਾਡੇ ਜਿੱਡਾ ਰੰਕ ਕੋਈ ਨਹੀਂ ਹੈਗਾ, ਤੁਹਾਡੇ ਜਿੱਡਾ ਗਰੀਬ ਕੋਈ ਨਹੀਂ ਹੈਗਾ। ਸਭ ਤੋਂ ਵੱਡਾ ਰੰਕ ਉਹ ਆ ਜਿਹਦੇ ਪੱਲੇ ਨਾਮ ਸ਼ਬਦ ਨਹੀਂ ਹੈਗਾ। ਇਹ ਮਹਾਰਾਜ ਕਹਿ ਰਹੇ ਆ, ਗੁਰੂ ਅਰਜਨ ਪਾਤਸ਼ਾਹ ਕਹਿ ਰਹੇ ਆ, ਸੇ ਰੰਕ ਜਾਣੀਏ ਜਿਸ ਪੱਲੇ ਨਾਹੀ ਨਾਉ। ਦਾਤਾ ਜਿਹਦੇ ਪੱਲੇ ਤੇਰਾ ਨਾਮ ਨਹੀਂ ਹੈਗਾ, ਉਹ ਤੇ ਰੰਕ ਹੈ, ਉਹ ਤੇ ਅੱਤ ਦਾ ਗਰੀਬ ਹੈ। ਉਦੋਂ ਗਰੀਬ ਹੋ ਹੀ ਨਹੀਂ ਸਕਦਾ ਕੋਈ। ਵੈਸਾਖ ਸੁਹਾਵਾ ਤਾਂ ਲੱਗੇ, ਜਾਂ ਸੰਤ ਭੇਟੇ ਹਰ ਸੋਏ। ਇਹ ਵਿਸਾਖ ਦਾ ਮਹੀਨਾ ਸੁਹਾਵਾ, ਖੁਸ਼ੀਆਂ ਵਾਲਾ, ਆਨੰਦਮਈ, ਰਹਿਮਤਾਂ ਵਾਲਾ ਤਾਂ ਹੀ ਹੋ ਸਕਦਾ ਜਾਂ ਕੋਈ ਸੰਤ ਭੇਟੇ। ਭੇਟੇ ਦਾ ਮਤਲਬ ਮਿਲੇ। ਜੇ ਕੋਈ ਸੰਤ ਮਿਲ ਜਾਵੇ, ਕੋਈ ਪੂਰਨ ਪੁਰਖ ਮਿਲ ਜਾਵੇ, ਤੇ ਵਿਸਾਖ ਦਾ ਮਹੀਨਾ ਖੁਸ਼ੀਆਂ ਦਾ ਭਰਿਆ ਹੋਵੇਗਾ, ਸੁੱਖਾਂ ਦਾ ਆਨੰਦ ਦੇ ਨਾਲ ਗੱਚਾ ਗੱਚ ਮਹਾਨ ਹੋਵੇਗਾ। ਇਸ ਮਹੀਨੇ ਦੇ ਵਿੱਚ ਸਾਡੀਆਂ ਮੁਰਾਦਾਂ ਪੂਰੀਆਂ ਹੋਣਗੀਆਂ ਜੇ ਕੋਈ ਸੰਤ ਮਿਲ ਜਾਵੇ ਤਾਂ। ਮਹਾਰਾਜ ਕਹਿੰਦੇ, ਵੈਸਾਖ ਸੁਹਾਵਾ ਤਾਂ ਲੱਗੇ, ਜਾਂ ਸੰਤ ਭੇਟੇ। ਭੇਟੇ ਦਾ ਮਤਲਬ ਮਿਲੇ, ਹਰ ਸੋਏ। ਹਰ ਮੀਨ ਪਰਮਾਤਮਾ, ਮਾਲਕ ਦੇ ਨਾਲ ਜੁੜਿਆ ਹੋਇਆ ਕੋਈ ਸੰਤ ਮਿਲ ਜਾਵੇ, ਫਿਰ ਵਿਸਾਖ ਦੇ ਮਹੀਨੇ ਦੀਆਂ ਸਾਰੀਆਂ ਖੁਸ਼ੀਆਂ ਤੇ ਆਨੰਦ ਜਿਹੜਾ ਉਹ ਪ੍ਰਾਪਤ ਹੋ ਜਾਏਗਾ। ਅੱਜ ਦੇ ਵਿਸਾਖ ਦੇ ਮਹੀਨੇ ਦੇ ਵਿੱਚ ਇਹ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੀ, ਗੁਰੂ ਨਾਨਕ ਘਰ ਦੀ ਸਾਨੂੰ ਹਦਾਇਤ ਆ ਕਿ ਭਾਈ ਜਿਹੜਾ ਅੱਜ ਦਾ ਮਹੀਨਾ ਵਾ, ਇਸ ਮਹੀਨੇ ਦੇ ਵਿੱਚ ਕਿਸੇ ਸੰਤ ਮਹਾਤਮਾ ਦੀ ਤਲਾਸ਼ ਕਰੋ ਜਿਹੜਾ ਤੁਹਾਨੂੰ ਮਾਲਕ ਦੇ ਨਾਲ ਮਿਲਾ ਦੇਵੇ। ਗੁਰੂ ਅਰਜਨ ਪਾਤਸ਼ਾਹ ਕਹਿੰਦੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਕੋਈ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਇਸਤਰੀ ਹੋਵੇ, ਪੁਰਖ ਹੋਵੇ, ਬੁੜਾ ਹੋਵੇ, ਜਵਾਨ ਹੋਵੇ, ਬੱਚਾ ਹੋਵੇ, ਬੁੱਢਾ ਹੋਵੇ, ਐਨੀ ਹੋ। ਇੱਥੇ ਲਿਖਿਆ ਨਹੀਂ, ਨਾਂ ਨਹੀਂ ਲਿਆ ਹੈਗਾ ਕੌਣ ਹੋਵੇ ਮਿਲਾਵੇ। ਕਹਿੰਦੇ ਐ ਨਹੀਂ ਹੋ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਕਿਉਂ? ਮੈਂ ਨੈਣੀ ਨੀਂਦ ਨਾ ਆਵੇ, ਭਾਵੇਂ ਅੰਨ ਨਾ ਪਾਣੀ, ਮਿਲ ਮੇਰੇ ਪ੍ਰੀਤਮਾ ਜੀਓ, ਮੈਂ ਦੁੱਧ ਬਿਨ ਖੜੀ ਨਾ ਮਾਣੀ। ਇਹ ਤੇ ਅੱਜ ਦੇ ਵਿਸਾਖ ਦੇ ਮਹੀਨੇ ਦੇ ਅੰਦਰ ਮਹਾਰਾਜ ਨੇ ਆਪਾਂ ਨੂੰ ਇਹ ਗਿਆਨ ਦਿੱਤਾ ਹੋਇਆ, ਪਰਮਾਤਮਾ ਨੂੰ ਕਿੱਦਾਂ ਮਿਲ ਸਕਦੇ, ਸੁੱਖ ਕਿੱਦਾਂ ਮਿਲ ਸਕਦੇ ਇਸ ਮਹੀਨੇ ਦੇ ਵਿੱਚ। ਇਹ ਮਹੀਨੇ ਦਾ ਵਰਣਨ ਕੀਤਾ ਗਿਆ, 12 ਮਾਹ ਦਾ ਵਰਣਨ ਕੀਤਾ ਗਿਆ। ਆਓ ਹੁਣ ਆਪਾਂ ਪਾਤਸ਼ਾਹ ਦੇ ਅੰਮ੍ਰਿਤ ਛਕਾਉਣ ਵੱਲ ਜਰਾ ਚੱਲੀਏ। ਅੱਜ ਦੇ ਦਿਹਾੜੇ ਦੇ ਉੱਤੇ ਅਨੰਦਪੁਰ ਦੀ ਧਰਤੀ ਦੇ ਉੱਤੇ ਏਡਾ ਵੱਡਾ ਸਮਾਗਮ, ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਜੁੜੀ, ਲੱਖਾਂ ਦੀ ਤਾਦਾਦ। ਹਰ ਤਰ੍ਹਾਂ ਦੇ ਲੋਕ ਮਹਾਰਾਜ ਦੀ ਸੰਗਤ ਦੇ ਵਿੱਚ ਪਹੁੰਚੇ। ਮੁਰਾਦਾਂ ਲੈਣ ਵਾਸਤੇ ਕਿ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਵੱਡਾ ਕਾਰਜ ਕਰਨਾ ਵਾ, ਤੇ ਅਸੀਂ ਵੇਖਣਾ ਵਾ ਅੱਜ ਕੀ ਹੋ ਰਿਹਾ ਵਾ। ਗੁਰੂ ਪਿਆਰੇ ਸਾਧ ਸੰਗਤ ਜੀ, 5 ਕਕਾਰ ਦੇ ਕਰਕੇ ਮਹਾਰਾਜ ਨੇ
ਅੱਜ ਦੇ ਦਿਹਾੜੇ ਦੇ ਉੱਤੇ ਪੰਜ ਪਿਆਰਿਆਂ ਨੂੰ ਆਪਣਾ ਰੂਪ ਦਿੱਤਾ, ਮੰਚ ਦੇ ਉੱਤੇ ਆਵਾਜ਼ ਦਿੱਤੀ। ਕੋਈ ਹੈ ਗੁਰਸਿੱਖ, ਮੇਰੀ ਤਲਵਾਰ ਸੀਸ ਮੰਗਦੀ ਹੈ। ਸਿੰਘ ਨਹੀਂ ਕਿਹਾ। ਧਿਆਨ ਦੇਣਾ ਗੁਰੂ ਪਿਆਰੇ ਸਤਸੰਗ ਜੀ, ਇਹ ਲਫ਼ਜ਼ ਤੁਹਾਨੂੰ ਬਾਹਰੋਂ ਨਹੀਂ ਜੇ ਮਿਲਣੇ ਕਿਤੇ। ਹੋ ਸਕਦਾ ਜ਼ਿੰਦਗੀ 'ਚ ਮੈਂ ਇਹਨਾਂ ਮੁੜ ਕੇ ਤੁਹਾਨੂੰ ਦੇ ਸਕਾਂ। ਨਦੀ ਨਾਮ ਸੰਜੋਗੀ ਮੇਲੇ ਵਿਛੜਿਆ ਪ੍ਰਭ ਮੇਲੇ। ਅੱਜ ਜੋ ਤੁਸੀਂ ਇਕੱਠੇ ਹੋ ਗਏ ਨਾ, ਸ਼ਾਇਦ ਜ਼ਿੰਦਗੀ 'ਚ ਮੁੜ ਕੇ ਇਕੱਠੇ ਨਾ ਹੋ ਸਕੋ। ਜ਼ਿੰਦਗੀ 'ਚ ਇੱਕ ਮੌਕਾ ਮਿਲਿਆ ਵਾ ਸਾਨੂੰ ਇਹ ਲੋਕ ਇਕੱਠੇ ਹੋਣ ਵਾਸਤੇ, ਕਿਉਂਕਿ ਰੱਬ ਦੇ ਘਰ 'ਚ ਲਿਖਿਆ ਗਿਆ ਸੀ। ਤੇ ਸ਼ਾਇਦ ਮੈਂ ਇਸ ਮਹੀਨੇ ਤੁਹਾਡੇ ਕੋਲ ਨਹੀਂ ਸੀ ਆ ਸਕਦਾ। ਆਈ ਵਾਜ਼ ਗੋਇੰਗ ਟੂ ਇੰਡੀਆ, ਮੈਂ ਇੰਡੀਆ ਜਾ ਰਿਹਾ ਸੀਗਾ। ਘੇਰ ਕੇ ਲਿਆਂਦਾ, ਜਾ ਮੇਰੇ ਬੰਦੇ ਉੱਥੇ ਉਡੀਕਦੇ ਤੈਨੂੰ। ਇੱਥੇ ਨਹੀਂ, ਇੰਡੀਆ ਨਹੀਂ ਜਾਣਾ, ਇੱਥੇ ਜਾਣਾ। ਹੈਰਾਨ ਹੋ ਗਏ। ਮੈਂ ਤੁਹਾਡੇ ਨਾਲ ਗੱਲਾਂ ਕਰਦਾ ਨਾ, ਐਵੇਂ ਸੁਨੇਹਾ ਮਿਲਿਆ ਇੱਦਾਂ ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕਰਦਾ, ਜਿੱਦਾਂ ਮੈਂ ਤੁਹਾਨੂੰ ਆਪਣੇ ਮੂੰਹ ਤੋਂ ਕਰ ਰਿਹਾ। ਜਾ ਮੇਰੇ ਬੰਦੇ ਉਡੀਕਦੇ ਹੈਗੇ ਆ। ਉੱਥੇ ਕਿਸੇ ਦੀ ਜ਼ਿੰਦਗੀ ਏਡੀ ਤਕੜੀ ਸੁਧਰ ਜਾਣੀ ਹੈ, ਕੋਈ ਕਿੱਥੋਂ ਆਸ ਲੈ ਕੇ ਤੈਨੂੰ ਮਿਲਣ ਵਾਸਤੇ ਤੁਰਿਆ ਵਾ। ਜੇ ਤੂੰ ਨਾ ਗਿਓ ਨਾ ਤੇ ਸ਼ਾਇਦ ਜ਼ਿੰਦਗੀ 'ਚ ਮੁੜ ਕੇ ਤੈਨੂੰ ਮਿਲ ਹੀ ਨਾ ਸਕਿਓ। ਇਹ ਸੁਨੇਹਾ ਸੀ। ਹੁਕਮ ਮੰਨੇ ਸੋ ਹੋਏ ਪਰਵਾਨ, ਤਾਂ ਖਸਮੇ ਕਾ ਮਹਿਲ ਪਾਈ ਸੋ। ਮਹਾਰਾਜ ਨੇ ਹੁਕਮ ਕੀਤਾ, ਪੁੱਛਿਆ ਨਹੀਂ। ਹੁਕਮ, ਮੇਰੀ ਤਲਵਾਰ ਸੀਸ ਮੰਗਦੀ ਹੈ। ਆਓ ਕੋਈ ਸਿੱਖ, ਮੇਰੀ ਤਲਵਾਰ ਦਾ ਪਿਆਸ ਲੱਗੀ ਹੈ, ਆ ਕੇ ਬੁਝਾਓ। ਮੇਰੀ ਤਲਵਾਰ ਖੂਨ ਦੀ ਪਿਆਸੀ ਹੈ, ਖੂਨ ਮੰਗਦੀ ਹੈ, ਗੁਰਸਿੱਖ ਦਾ ਸੀਸ ਮੰਗਦੀ ਹੈ। ਤਲਵਾਰ ਦਿਖਾ ਕਰਕੇ ਗੁਰੂ ਸਾਹਿਬ ਨੇ ਹੁਕਮ ਕੀਤਾ। ਇੱਕ ਸਿੰਘ ਨਹੀਂ ਸੀ, ਸੇਵਕ। ਜਿੰਨੇ ਸੇਵਕ ਸੀਗੇ ਉਹ ਸੰਤਾਂ ਮਹਾਤਮਾ ਦੇ ਸੇਵਕ ਸੀਗੇ। ਦਇਆ ਰਾਮ ਉੱਠਿਆ, ਪਹਿਲਾ ਸੇਵਕ। ਬਾਰੋ ਬਾਰੀ ਪੰਜ ਸੇਵਕ ਸੀਸ ਦੇਣ ਵਾਸਤੇ ਆ ਗਏ। ਮੰਚ ਤੇ ਲਿਆਂਦੇ, ਅੰਦਰ ਤੰਬੂ ਦੇ ਵਿੱਚ ਲੈ ਕਰਕੇ ਗਏ। ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆਈਆਂ। ਕਈ ਵਾਰੀ ਮੈਨੂੰ ਹਾਸਾ ਆਉਂਦਾ, ਉਹ ਬਹੁਤ ਕਹਿੰਦੀ ਜੀ ਉਹਨੇ ਬੱਕਰੇ ਝਟਕਾਏ ਸੀ, ਉਹਨੇ ਆਹ ਕੀਤਾ ਸੀ। ਕੁਛ ਨਹੀਂ ਝਟਕਾਇਆ ਸੀ। ਬਸ ਪਾਤਸ਼ਾਹ ਨੇ ਅੰਦਰ ਲਿਜਾ ਕਰਕੇ ਬਾਣੇ ਪਵਾ ਕਰਕੇ ਵਚਨ ਲਏ ਤੇ ਵਚਨ ਦਿੱਤੇ ਉਹਨਾਂ ਨੂੰ ਕਿ ਤੁਸੀਂ ਮੇਰੇ ਵਾਸਤੇ ਆਹ ਕੰਮ ਕਰਨਾ, ਮੈਂ ਤੁਹਾਡੇ ਵਾਸਤੇ ਆਹ ਕੰਮ ਕਰਨਾ। ਮੈਂ ਤੁਹਾਨੂੰ ਤਾਂ ਬੁਲਾਇਆ। ਸਤ ਵਚਨ ਮਹਾਰਾਜ, ਜੋ ਹੁਕਮ ਪਾਤਸ਼ਾਹ, ਤੁਹਾਡੇ ਹੁਕਮ ਦੀ ਤਬੀਲ ਹੈ। ਦਇਆਰਾਮ ਕਹਿੰਦਾ, ਪਾਤਸ਼ਾਹ ਤੁਹਾਨੂੰ ਪਤਾ ਸੀ ਸਾਡੇ ਕੱਲੇ ਕੱਲੇ ਦਾ ਅਸੀਂ ਕਿੱਥੇ ਬੈਠੇ ਹੈਗੇ ਆ, ਕਿਉਂ ਨਹੀਂ ਉਂਗਲ ਕਰਕੇ ਆਵਾਜ਼ ਨਾ ਲੈ ਕੇ ਕਿਉਂ ਨਹੀਂ ਆਵਾਜ਼ ਮਾਰੀ ਤੁਸੀਂ? ਤੁਹਾਨੂੰ ਪਤਾ ਸੀਗਾ ਕਿ ਪੰਜ ਬੰਦੇ ਅੱਜ ਅਸੀਂ ਤੁਹਾਡੇ ਕੋਲ ਆ ਚੁੱਕੇ ਹੈਗੇ ਆ। ਤੁਹਾਡੀ ਕੁਰਬਤ ਦੇ ਵਿੱਚ ਅੱਜ ਦਾ ਜੋ ਜਸ਼ਨ ਹੈਗਾ ਵਾ, ਉਸ ਜਸ਼ਨ ਦੇ ਵਿੱਚ ਅਸੀਂ ਤੁਹਾਨੂੰ ਕੁਰਬਾਨੀਆਂ ਦੇਣ ਦੇ ਵਾਸਤੇ ਹਾਜ਼ਰ ਹੋ ਗਏ ਹੈਗੇ ਆ, ਤੇ ਕਿਉਂ ਨਹੀਂ ਨਾਂ ਲੈ ਕੇ ਆਵਾਜ਼ ਮਾਰੀ? ਕਹਿੰਦੇ ਦਇਆ, ਜੇ ਮੈਂ ਨਾਂ ਲੈ ਕੇ ਆਵਾਜ਼ ਮਾਰਦਾ ਨਾ, ਜਿਹੜੀ ਸੰਗਤ ਸੀਗੀ ਨਾ, ਉਹਨੇ ਕਹਿਣਾ ਪਹਿਲਾਂ ਪ੍ਰੀ ਪਲਾਨ ਬਣਾਇਆ ਹੈਗਾ, ਪਹਿਲਾਂ ਹੀ ਪ੍ਰੀ ਪਲਾਨ ਬਣਾਇਆ, ਤਾਂ ਹੀ ਬਾਜਾਂ ਮਾਰਦੇ ਅੱਗੇ ਨਾਂ ਲੈ ਲੈ ਕੇ। ਮਾਫ ਕਰ ਦਿਓ ਪਾਤਸ਼ਾਹ, ਭੁੱਲ ਗਏ, ਮਾਫੀ ਮੰਗੀ। ਮਾਰ ਕਹਿੰਦੇ ਨਹੀਂ, ਕਰਤਾ ਕਰੇ ਸੋ ਹੋਏ, ਹਮਰਾ ਕੀਆ ਕਛੁ ਨਾ। ਜੋ ਕਰਦਾ ਵਾ ਕਰਤਾਰ ਕਰਦਾ, ਕਰਤਾ ਕਰ ਰਿਹਾ ਵਾ, ਜੋ ਕੁਝ ਕਰ ਰਿਹਾ ਮੈਂ ਨਹੀਂ ਕਰ ਰਿਹਾ। ਕਰਤਾ ਕਰੇ ਸੋ ਹੋਏ, ਹਮਰਾ ਕੀਆ ਕਛੁ ਨਾ। ਇਹ ਉਹਦਾ ਹੁਕਮ ਸੀਗਾ, ਔਰ ਉਹ ਕਰ ਰਿਹਾ ਵਾ, ਉਹ ਮੇਰੇ ਤੋਂ ਕਰਵਾ ਰਿਹਾ ਵਾ, ਮੇਰੀ ਬੋਡੀ ਯੂਜ਼ ਕਰ ਰਿਹਾ ਵਾ, ਕਰਦਾ ਉਹੀ ਹੈ।
ਸੰਗਤ ਜਦ ਵਾਪਸ ਆਏ ਨਾ ਮੰਚ ਦੇ ਉੱਤੇ ਤੇ ਪੀੜੀਆਂ ਪੈ ਗਈਆਂ ਸੰਗਤ ਦੇ ਵਿੱਚ, ਖਾਲੀ ਹੋ ਗਿਆ, ਲੋਕੀ ਡਰਦੇ ਦੌੜ ਗਏ ਕਿ ਨਿਆਈ ਮੌਤ ਤੇ ਮਰਨ ਲੱਗੇ ਆ ਗਿਆ, ਕਿ ਜਿਹੜੇ ਬੰਦਿਆਂ ਨੂੰ ਫੜ ਕੇ ਲੈ ਗਿਆ ਸੀਸ ਉਹਨਾਂ ਦਾ ਕੰਮ ਕਰ ਦਿੱਤਾ ਉਹ ਨਹੀਂ। ਜਦ ਥੋੜੇ ਅਰਸੇ ਬਾਅਦ ਲਿਆ ਕੇ ਪੰਜੇ ਖੜੇ ਕੀਤੇ ਨਾ ਮੰਚ ਦੇ ਉੱਤੇ, ਕਕਾਰ ਪਾਏ, ਮੈਂ ਦੱਸਾਂਗਾ ਕਕਾਰ ਕਿਹੜੀ ਕਿਹੜੀ ਤਾਕਤ ਤੋਂ ਲੈ, ਕਕਾਰ ਪਾ ਕਰਕੇ ਜਾਮਾ ਮਹਾਰਾਜ ਨੇ ਆਪਣਾ ਵੀ ਤੇ ਉਹਨਾਂ ਦਾ ਵੀ ਜਾਮਾ ਸੇਮ ਇੱਕੋ ਜਿਹਾ ਬਣਾ ਕਰਕੇ ਅੰਮ੍ਰਿਤ ਪਾਨ ਉਹਨਾਂ ਨੂੰ ਕਰਵਾਇਆ। ਅੰਦਰ ਤੰਬੂ ਦੇ ਵਿੱਚ ਰੈੜੀ ਤਿਆਰ ਕਰਕੇ ਬਾਹਰ ਲਿਆਂਦੇ। ਬਾਣੀ ਕਹਿੰਦੀ ਆ ਅੰਮ੍ਰਿਤ ਅਸੀਂ ਵੀ ਪੀਂਦੇ ਆ, ਤੁਸੀਂ ਵੀ ਪੀਂਦੇ ਹੋ, ਪਰ ਜਿਹੜੇ ਪੰਜ ਪਿਆਰੇ ਤੁਹਾਨੂੰ ਅੰਮ੍ਰਿਤ ਛਕਾਉਣ ਵਾਲੇ ਹੁੰਦੇ ਆ ਉਹਨਾਂ ਦੇ ਵਿੱਚ ਕੋਈ ਸੰਤ ਹੁੰਦਾ? ਕੋਈ ਨਹੀਂ ਹੁੰਦਾ। ਬਹੁਤ ਇਹ ਕਹਿੰਦੇ ਸਾਨੂੰ ਪੰਜ ਪਿਆਰਿਆਂ ਨੇ ਅੰਮ੍ਰਿਤ ਛਕਾਤਾ। ਗੁਰਬਾਣੀ ਕਹਿ ਰਹੀ ਹੈ ਕਿ ਅੰਮ੍ਰਿਤ ਪੀਣ ਦਾ ਮਜ਼ਾ ਕਦੋਂ ਆਉਂਦਾ? ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀ ਬਣਾ। ਕੋ ਸੰਤ ਚਾਹੀਦਾ। ਗੁਰੂ ਗੋਬਿੰਦ ਸਿੰਘ ਸੰਤ ਵੀ ਸੀਗੇ ਤੇ ਸਿਪਾਹੀ ਵੀ ਸੀਗੇ, ਪੰਜਾਂ ਪਿਆਰਿਆਂ ਦੇ ਨਾਲ ਉਹਨਾਂ ਨੂੰ ਛਕਾਇਆ ਤੇ ਉਹਨਾਂ ਤੋਂ ਪੀਤਾ, ਤਿਆਰ ਕਰਕੇ ਆਪਣਾ ਭੇਦ, ਉਹਨਾਂ ਦਾ ਭੇਦ ਵੱਖਰਾ ਨਹੀਂ ਰੱਖਿਆ, ਆਪਣਾ ਰੂਪ, ਉਹਨਾਂ ਦਾ ਰੂਪ ਇੱਕ ਬਣਾ ਕਰਕੇ ਲਿਆ ਕੇ ਖੜੇ ਕੀਤੇ ਨਾ। ਹੈਰਾਨ ਹੋ ਗਈ ਸੰਗਤ ਕਿ ਅਸੀਂ ਤਾਂ ਸੋਚਿਆ ਕਿ ਇਹਨਾਂ ਦੇ ਸਿਰ ਕਤਲ ਹੋ ਗਏ ਤੇ ਖਤਮ ਹੋ, ਇਹ ਤੇ ਰੂਪ ਹੀ ਹੋਰ ਕੋਈ ਬਣਾਤਾ। ਮਹਾਰਾਜ ਕਹਿੰਦੇ ਵੀ ਇਹਨਾਂ ਦੇ ਵਿੱਚ ਆ ਜਿਹੜੇ ਪੰਜ ਬੰਦੇ ਮੈਂ ਲਿਆ ਕੇ ਖੜੇ ਕੀਤੇ ਆ, ਇਹਨਾਂ ਦੇ ਵਿੱਚ ਤੁਹਾਨੂੰ ਕੋਈ ਨਾਈ, ਕੋਈ ਝੀਰ, ਕੋਈ ਸ਼ੀਂਬਾ, ਕੋਈ ਜਲਾਹਾ, ਕੋਈ ਚਮਾਰ, ਕੋਈ ਚੂੜਾ, ਕੋਈ ਜੱਟ, ਨਾਈ, ਬ੍ਰਾਹਮਣ ਦਿਖਾਈ ਦਿੰਦਾ ਨਹੀਂ? ਮਹਾਰਾਜ ਇਹ ਤਾਂ ਤੁਹਾਡਾ ਹੀ ਰੂਪ ਆ। ਉਹ ਗੱਲਾਂ ਮੈਂ ਦੱਸਾਂਗਾ ਜਿਹੜੀਆਂ ਮਹਾਰਾਜ ਉਸ ਵੇਲੇ ਬੋਲ ਰਹੇ ਆ, ਜਿਹੜੀਆਂ ਦੱਸ ਰਹੇ ਸੰਗਤ ਨੂੰ। ਕਹਿੰਦੇ ਤੁਸੀਂ ਮੰਨਦੇ ਹੋ ਕਿ ਸਾਡਾ ਸਰੂਪ ਹੀ ਬਣ ਗਏ ਉਹ? ਮਹਾਰਾਜ ਅੰਤਰ ਹੀ ਕੋਈ ਨਹੀਂ ਲੱਗਦਾ, ਤੁਹਾਡੇ ਵਰਗਾ ਹੀ ਸਾਰਾ ਕੁਝ ਸਰੂਪ ਲੱਗਦਾ, ਇਹਨਾਂ 'ਚ ਤੁਹਾਡੇ 'ਚ ਕੋਈ ਅੰਤਰ ਨਹੀਂ ਲੱਗ ਰਿਹਾ। ਮਹਾਰਾਜ ਬਰਾਬਰ ਖੜੇ ਉਹਨਾਂ ਦੇ, ਪੰਜਾਂ ਦੇ ਸਰੂਪ ਇੱਕ ਆ, ਚੋਲੇ ਇੱਕ ਤਰ੍ਹਾਂ ਦੇ ਆ, ਰੂਪ ਇੱਕ ਤਰ੍ਹਾਂ ਦੇ ਆ, ਪਛਾਣ ਹੀ ਨਹੀਂ ਹੁੰਦੇ ਮਹਾਰਾਜ ਕਿਹੜੇ ਆ। ਮਹਾਰਾਜ ਬੋਲਣ ਤੋਂ ਪਛਾਣ ਰਹੇ ਸੀ। ਮਹਾਰਾਜ ਤੁਹਾਡਾ ਹੀ ਸਰੂਪ ਹੈਗੇ ਆ। ਕਹਿੰਦੇ ਮੰਨਦੇ ਹੋ? ਕਹਿੰਦੇ ਜੇ ਮੈਂ ਕੋਈ ਗੱਲ ਆਖਾਂ ਮੰਨੋਗੇ? ਕਹਿੰਦੇ ਹਾਂਜੀ ਜ਼ਰੂਰ ਮੰਨਾਂ। ਉਹਨੀ ਬਾਣੀ ਦੀ ਤੁਕ ਉੱਥੇ ਉਸ ਵੇਲੇ ਬੋਲੀ ਕਿਹੜੀ? ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ। ਮੰਨੋਗੇ? ਕਹਿੰਦੇ ਹਾਂ ਮਹਾਰਾਜ। ਉਹ ਕਹਿੰਦੇ ਮਨੁੱਖਾ ਸਰੂਪ ਇੱਕੋ ਹੀ ਹੈਗਾ, ਕੋਈ ਜਾਤ ਪਾਤ ਝਗੜਾ ਹੀ ਕੋਈ ਨਹੀਂ ਹੈਗਾ। ਉਸ ਲਈ ਤਾਂ ਮੰਨ ਗਏ ਲੋਕੀ, ਹਾਂਜੀ ਮੰਨਾਂਗੇ, ਲੇਕਿਨ ਅੱਜ ਤੱਕ ਸਾਲਾ ਕੋੜ ਉਹ ਤੁਰਿਆ ਆਉਂਦਾ ਹੈਗਾ, ਗੁਰੂ ਘਰਾਂ 'ਚ ਵੀ ਉਹ ਚੱਲਦਾ ਹੈਗਾ, ਜਾਤਾਂ ਪਾਤਾਂ ਦੀ ਚੀਜ਼। ਮੈਨੂੰ ਸਮਝ ਨਹੀਂ ਆਈ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੀ ਗੱਲ ਨਹੀਂ ਮੰਨੀ ਤਾਂ ਹੋਰ ਕਿਹਦੀ? ਮੇਰੀ ਗੱਲ ਕਿੱਥੋਂ ਤੁਸੀਂ ਮੰਨੋਗੇ? ਜੇ ਮੈਂ ਤੁਹਾਨੂੰ ਕਿਹਾ ਤੁਸੀਂ ਕਿੱਥੋਂ ਮੰਨੋਗੇ? ਹਾਂ ਮੰਨੋਗੇ ਉਦੋਂ ਜਦੋਂ ਬੇੜਨੇ 'ਚ ਬਾਂਹ ਹੀ ਹੋਊਗੀ ਤੇ ਕੋਈ ਕੱਢਣ ਵਾਲਾ ਨਹੀਂ ਹੋਗਾ, ਫਿਰ ਤੁਹਾਨੂੰ ਮੈਂ ਦੱਸਾਂਗਾ, ਫਿਰ ਤੁਸੀਂ ਮੇਰੇ ਵੱਲ ਨੂੰ ਦੌੜਨਾ। ਉੱਦਾਂ ਨਹੀਂ, ਮਤਲਬ ਹੱਲ ਹੋ ਗਿਆ, ਤੂੰ ਕੌਣ ਤੇ ਮੈਂ ਕੌਣ, ਚੇਤਾ ਹੀ ਭੁੱਲ ਜਾਣਾ। ਮਹਾਰਾਜ ਦਾ ਵੀ ਚੇਤਾ ਭੁੱਲ ਗਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੀ ਆਖਿਆ? ਬਈ ਰੱਬ ਨੂੰ ਪਾਉਣ ਦਾ ਬਹੁਤ ਸੌਖਾ ਤਰੀਕਾ ਹੈਗਾ। ਮਹਾਰਾਜ ਦੱਸੋ, ਬਹੁਤ ਸਰੀਰ ਕਿੱਦਾਂ ਪਾ ਸਕਦੇ ਰੱਬ ਨੂੰ ਅਸੀਂ? ਕਿਹੜਾ ਤਰੀਕਾ ਹੈਗਾ ਮਹਾਰਾਜ ਜੀ? ਜ਼ਰੂਰ ਦੱਸੋ ਸਾਨੂੰ। ਕਹਿੰਦੇ ਦੱਸਾਂ, ਤੁਸੀਂ ਕਿਹੜਾ ਮੰਨਣਾ? ਮੇਰੇ 9 ਗੁਰੂ ਮੇਰੇ ਤੋਂ ਪਹਿਲਾਂ, ਉਹ ਗੁਰੂ ਨਾਨਕ ਮੇਰੇ ਪਾਤਸ਼ਾਹ ਜਿਨ੍ਹਾਂ ਨੇ ਸ਼ੁਰੂਆਤ ਕੀਤੀ, ਉਹਨਾਂ ਇੰਨਾ ਕੁਝ ਦੱਸਿਆ, ਉਹਨਾਂ ਦੀ ਗੱਲ ਨਹੀਂ ਮੰਨੀ ਤੁਸੀਂ। ਇਹ ਚੀਜ਼ਾਂ ਉਹਨਾਂ ਨੇ ਤੋੜੀਆਂ ਸੀ ਤੁਹਾਡੇ ਅੰਦਰੋਂ। ਜਾਤ ਪਾਤ ਦਾ ਕੋੜ ਉਹ ਨਹੀਂ, ਮਰਦਾਨੇ ਨੂੰ ਨਾਲ ਰੱਖ ਕੇ ਭੇਦ ਨਹੀਂ ਰੱਖਿਆ ਕਿ ਜਾਤ ਕੀ ਆ ਕੀ ਆ। ਇਕੱਠੇ ਖਾਂਦੇ, ਇਕੱਠੇ ਪੀਂਦੇ, ਇਕੱਠੇ ਰਹਿੰਦੇ ਸੀ, ਸਾਰਾ ਰਾਤ ਸੌਂਦੇ ਵੀ ਉੱਥੇ ਇੱਕੋ ਥਾਂ ਸੀਗੇ। ਗੁਰੂ ਨਾਨਕ ਦਾ ਬਿਸਤਰਾ ਕੋਈ ਅਸਮਾਨ ਤੇ ਨਹੀਂ ਸੀ ਹੁੰਦਾ, ਜਿੱਥੇ ਮਰਦਾਨਾ ਪਿਆ ਹੁੰਦਾ ਸੀ ਉੱਥੇ ਮਹਾਰਾਜ ਪਏ ਹੁੰਦੇ। ਸਾਰੀ ਰਾਤ ਬੈਠਿਆ ਕੱਢ ਲੈਣੀ, ਇਕੱਠਿਆਂ ਕੱਢ ਦੇਣੀ ਜ਼ਿੰਦਗੀ, ਇਕੱਠਿਆਂ ਗੁਜ਼ਾਰ ਦਿੱਤੀ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ। ਅਸੀਂ, ਸਾਡੇ ਅੰਦਰੋਂ ਇਹ ਨਫ਼ਰਤ ਨਿਕਲਦੀ ਨਹੀਂ। ਅਸੀਂ ਆਪਣੇ ਗੁਰੂ ਘਰਾਂ ਦੇ ਨਾਮ ਵੱਖਰੇ ਵੱਖਰੇ। ਗੁਨਾਹਗਾਰ ਕੌਣ ਹੈ? ਅਸੀਂ ਖੁਦ ਗੁਨਾਹਗਾਰ ਹਾਂ, ਖੁਦ ਗੁਨਾਹ ਕਰਦੇ ਹਾਂ। ਇਹ ਜੱਟਾਂ ਦਾ ਗੁਰਦੁਆਰਾ, ਇਹ ਸੈਣੀਆਂ ਦਾ ਗੁਰਦੁਆਰਾ,
ਇਹ ਲਬਾਣਿਆਂ ਦਾ ਗੁਰਦੁਆਰਾ, ਇਹ ਰਵਿਦਾਸੀਆਂ ਦਾ ਗੁਰਦੁਆਰਾ, ਇਹ ਤਖਾਣਾ ਦਾ ਗੁਰਦੁਆਰਾ, ਰਾਮਗੜੀਆਂ ਦਾ ਗੁਰਦੁਆਰਾ, ਇਹ ਭਾਟੜਿਆਂ ਦਾ ਗੁਰਦੁਆਰਾ। ਔਰ ਗੁਰੂ ਗ੍ਰੰਥ ਸਾਹਿਬ ਇੱਕ ਆ। ਨਾ ਵੱਖਰੇ ਜਾਤਾਂ ਵੰਡ ਲਈਆਂ। ਅਸੀਂ 10 ਗੁਰੂਆਂ ਦੀ ਤੇ 11ਵਾਂ ਗੁਰੂ ਗ੍ਰੰਥ ਸਾਹਿਬ ਦੀ ਵੀ ਗੱਲ ਨਹੀਂ ਸੁਣੀ ਹੈਗੀ। ਕਦੋਂ ਸੁਣਾਂਗੇ? ਕਿੰਨੀ ਵਾਰ ਆਵਾਂਗੇ ਧਰਤੀ ਤੇ ਧੱਕੇ ਖਾਣ ਵਾਸਤੇ, ਕਿੰਨੀਆਂ ਡਾਂਗਾਂ ਖਾਵਾਂਗੇ ਆ ਕੇ, ਕਿੰਨੇ ਜੀਵਨ ਦੇ ਵਿੱਚ ਅਸੀਂ ਆਪਣੀ ਦੁਰਦਸ਼ਾ ਕਰਾਵਾਂਗੇ। ਮੇਰਾ ਖਿਆਲ ਹੈ ਐਸੇ ਜੀ ਮੰਨ ਜਾਈਏ ਚੰਗੇ ਰਵਾਂਗੇ, ਐਸੇ ਜੀ ਮੰਨ ਜਾਈਏ, ਇਸੇ ਦੇ ਵਿੱਚ ਹੀ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਭਾਈਚਾਰਾ ਬਣਾ ਕੇ ਇਕੱਠੇ ਹੋ ਜਾਈਏ। ਇਸੇ ਦੇ ਵਿੱਚ ਹੀ ਕਿਸੇ ਪੂਰਵ, ਮੈਂ ਨਹੀਂ ਕਹਿੰਦਾ ਤੁਸੀਂ ਇੱਥੇ ਆਓ, ਜਿੱਥੇ ਦਿਲ ਕਰਦਾ ਜਾਓ, ਜਿੱਥੇ ਤੁਹਾਡਾ ਮਨ ਮੰਨਦਾ ਵੈ। ਮੰਨੇ ਕੀ ਗੱਤ ਕਹੀ ਨਾ ਜਾਏ, ਜਿੱਥੇ ਤੁਹਾਡਾ ਦਿਲ ਮੰਨਦਾ ਉੱਥੇ ਜਾਓ। ਧੱਕੇ ਨਹੀਂ ਖਾਓ, ਭਟਕੋ ਨਹੀਂ। ਤੁਸੀਂ ਭਟਕਦੇ ਪਏ ਹੋ, ਇਸ ਕਰਕੇ ਤੁਹਾਡੇ ਪੱਲੇ ਕੁਛ ਨਹੀਂ ਪੈ ਰਿਹਾ। ਅੱਜ ਇੱਥੇ ਆ, ਕੱਲ੍ਹ ਨੂੰ ਉੱਥੇ ਆ, ਪਰਸੋਂ ਨੂੰ ਇੱਥੇ, ਅੱਜ ਇਹਨੂੰ ਟੈਲੀਫੋਨ ਕੀਤਾ, ਕੱਲ੍ਹ ਨੂੰ ਉਹਨੂੰ ਕੀਤਾ। ਕਿਆ ਬਾਤ! ਮਰਦਾਨਾ ਗੁਰੂ ਨਾਨਕ ਨਾਲ ਰਲ ਗਿਆ। ਉਹਨੇ ਨਹੀਂ ਵੇਖਿਆ ਕਿ ਐਡੇ ਐਡੇ ਵੱਡੇ ਪੀਰ ਪੈਗੰਬਰ ਮੇਰੇ ਹੈਗੇ ਆ, ਮੱਕੇ ਦੇ ਵਿੱਚ ਐਡੇ ਐਡੇ ਵੱਡੇ ਪੀਰ ਰਹਿੰਦੇ ਹੈਗੇ ਆ, ਉਹਨਾਂ ਦੇ ਕੋਲ ਚੱਲ ਜਾਂਦੇ। ਉਹ ਬੜੇ ਲੋਕ ਕਹਿੰਦੇ ਸੀ ਤੂੰ ਤਾਂ ਕਾਫਰ ਹੈ, ਤੂੰ ਹਿੰਦੂ ਦੇ ਨਾਲ ਤੁਰਿਆ ਫਿਰਦਾ। ਉਹ ਕਹਿੰਦਾ ਮੈਂ ਕਾਫਰ ਨਹੀਂ ਹੈਗਾ, ਮੈਂ ਜੇ ਕਾਫਰ ਹੈਗਾ ਤਾਂ ਗੁਰੂ ਨਾਨਕ ਲਈ ਕਾਫਰ ਹੈਗਾ ਵਾ, ਤੁਹਾਡੇ ਲਈ। ਤੁਹਾਡੇ ਵਾਸਤੇ ਬੰਦਾ ਹੋ ਸਕਦਾ, ਗੁਨਾਹਗਾਰ ਹੋ ਸਕਦਾ, ਮੈਂ ਕਾਫਰ ਨਹੀਂ। ਮੈਂ ਖੁਦਾ ਦਾ ਬੰਦਾ ਵਾਂ, ਕਾਫਰ ਨਹੀਂ, ਖੁਦਾ ਦਾ ਬੰਦਾ ਵਾਂ। ਖੁਦਾ ਦੇ ਬੰਦੇ ਦੇ ਨਾਲ ਆ, ਜਿਹੜਾ ਖੁਦਾ ਨੂੰ ਜਾਣਦਾ ਵਾ, ਜਿਹੜਾ ਖੁਦਾ ਦੀ ਗੱਲ ਸੁਣਦਾ ਵਾ, ਮੈਂ ਉਹਦੇ ਨਾਲ ਆ। ਕਿੰਨੇ ਕੁ ਮੁਸਲਮਾਨ ਗੁਰੂ ਨਾਨਕ ਨੂੰ ਮੰਨਣ ਲੱਗ ਪਏ। ਇੱਜ਼ਤ ਕਰਦੇ, ਐਸੀ ਗੱਲ ਨਹੀਂ, ਬੜੀ ਰਿਸਪੈਕਟ ਕਰਦੇ ਆ ਮੁਸਲਮਾਨ ਲੋਕ। ਬਾਬਾ ਨਾਨਕ ਕਹਿ ਕੇ ਬੁਲਾਉਂਦੇ ਆ, ਗੁਰੂਆਂ ਦੀ ਇੱਜ਼ਤ ਕਰਦੇ ਆ ਗਿਆ। ਸਾਡੇ ਲੋਕਾਂ ਨੂੰ ਨਫ਼ਰਤ ਪਾਤੀ ਮੁਸਲਮਾਨਾਂ। ਸਾਡੇ ਗੁਰੂ ਅਰਜਨ ਪਾਤਸ਼ਾਹ ਤੱਤੀ ਤਵੀ ਤੇ ਉਠਾਤਾ। 6ਵੀਂ ਪਾਤਸ਼ਾਹ ਨੂੰ ਉਹਨੇ ਗਵਾਲੀਅਰ ਕਿਲੇ 'ਚ ਕਹਿ ਬਾਈ, ਉਹ ਬਾਦਸ਼ਾਹਾਂ ਦਾ ਕੰਮ ਸੀ। ਆਮ ਪਬਲਿਕ ਦੇ ਨਾਲ ਸਾਡੀ ਕਾਹਦੀ ਦੁਸ਼ਮਣੀ ਆ? ਅਸੀਂ ਆਮ ਪਬਲਿਕ ਦੇ ਵਿੱਚ ਵਿਚਰਦੇ ਹੈਗੇ ਆ, ਅਸੀਂ ਆਮ ਪਬਲਿਕ ਦੇ ਨਾਲ ਨਫ਼ਰਤ ਪਾਈ ਜਾਂਦੇ ਹੈਗੇ ਆ। ਵਾਹ, ਆਮ ਪਬਲਿਕ ਦਾ ਕਸੂਰ ਹੀ ਕੋਈ ਨਹੀਂ, ਕਸੂਰ ਬਾਦਸ਼ਾਹਾਂ ਦਾ, ਹੁਕਮਰਾਨਾਂ ਦਾ ਸੀ। ਇੱਕ ਧਰਮ ਕਦੀ ਚੱਲ ਨਹੀਂ ਸਕਦਾ ਕਿਉਂਕਿ ਰੱਬ ਦੇ ਆ। ਇੱਕ ਹੀ ਚੱਲਣਾ ਹੁੰਦਾ ਫਿਰ ਇੱਕੋ ਧਰਮ ਜਿਹੜਾ ਸ਼ੁਰੂ ਹੋਇਆ ਸੀ ਉਹ ਹੀ ਰਹਿੰਦਾ, ਬਾਕੀ ਦੇ ਕਿਉਂ ਹੁੰਦੇ? ਫਿਰ ਤਾਂ ਇੱਕੋ ਹੀ ਰਾਜਾ ਰਹਿੰਦਾ, ਇੱਕੋ ਹੀ ਗੁਰੂ ਰਹਿੰਦਾ। ਮੁਹੰਮਦ ਨੂੰ ਆਉਣ ਦੀ ਲੋੜ ਨਾ ਪੈਂਦੀ, ਕ੍ਰਾਈਸਟ ਨੂੰ ਆਉਣ ਦੀ ਲੋੜ ਨਾ ਪੈਂਦੀ, ਜੈਨ ਮਹਾਰਾਜ ਜੈਨ ਨੂੰ ਆਉਣ ਦੀ ਲੋੜ ਨਾ ਪੈਂਦੀ, ਮਹਾਤਮਾ ਬੁੱਧ ਨੂੰ ਲੋੜ ਨਾ ਪੈਂਦੀ। ਕਿੰਨਾ ਕੁਝ ਬਣਿਆ। 10 ਗੁਰੂਆਂ 'ਚੋਂ ਫੇਰ ਕੇ ਗੁਰੂ ਨਾਨਕ ਹੀ ਕਰ ਜਾਂਦੇ, ਉਹਨਾਂ ਤੋਂ ਵੀ ਨਹੀਂ ਹੋਇਆ। ਤੁਸੀਂ ਉਹਨਾਂ ਦੇ ਆਖੇ ਨਹੀਂ ਲੱਗੇ। ਜਦ ਧਰਤੀ ਤੇ ਜ਼ੁਲਮ ਹੋਵੇਗਾ, ਉਦੋਂ ਸੰਤ ਮਹਾਤਮਾ ਧਰਤੀ ਤੇ ਆਉਣਗੇ। ਮਹਾਰਾਜ ਗੁਰੂ ਗੋਬਿੰਦ ਸਿੰਘ ਨੂੰ ਪੁੱਛਿਆ, ਨੰਦ ਲਾਲ ਕਹਿੰਦੇ ਪਾਤਸ਼ਾਹ ਰੱਬ ਦੇ ਧਰਤੀ ਤੇ ਆਉਣ ਦਾ ਜ਼ਰੀਆ ਕੀ ਬਣਦਾ? ਉਹ ਕਹਿੰਦਾ ਜਬ ਹੋਏ ਅਰਿਸ਼ਟ ਅਪਾਰਾ ਤਬ ਦੇਹ ਧਾਰੇ ਕਰਤਾਰਾ। ਤੇ ਸਾਨੂੰ ਗੁਰੂ ਘਰਾਂ 'ਚ ਕਈ ਪਤਾ ਕਹਿੰਦੇ ਦੇਹ ਧਾਰੀ ਨੂੰ ਨਹੀਂ ਮੰਨਣਾ। ਬਈ ਤੂੰ ਕੀ ਹੈਗਾ ਜਿਹੜਾ ਤੂੰ ਮੈਨੂੰ ਕਹਿ ਰਿਹਾ ਕਿ ਦੇਹ ਧਾਰੀ? ਮੈਂ ਤੂੰ ਕੀ ਹੈਗਾ? ਤੂੰ ਕਿਹੜਾ ਸੂਖਿਅਮ ਸ਼ਬਦ ਹੈਗਾ? ਤੂੰ ਵੀ ਤਾਂ ਦੇਹ ਧਾਰੀ ਆ। ਤੇਰੀ ਗੱਲ ਕਿੱਦਾਂ ਮੰਨ ਲਵਾਂ? ਬਾਕੀ ਦੇਹ ਧਾਰੀ ਉਹਨਾਂ ਦੀ ਗੱਲ ਨਾ ਮੰਨਾਂ, ਤੇਰੀ ਗੱਲ ਮੰਨ ਲਾ। ਤੂੰ ਸ਼ਬਦ ਹੈਗਾ? ਲੋ ਸੋਚ ਹੈ, ਸੋਚਾਂ ਮੈਂ ਲੰਬੀਆਂ ਉੱਚੀਆਂ ਸੋਚਾਂ ਗੁਰੂ ਪਾਤਸ਼ਾਹ ਦੀਆਂ। ਜਦੋਂ ਉਹਨਾਂ ਇਹ ਗੱਲ ਆਖੀ, ਕਹਿੰਦੇ ਰੱਬ ਨੂੰ ਮਿਲਣ ਦਾ ਬੜਾ ਸੌਖਾ ਤਰੀਕਾ ਵਾ, ਮੈਂ ਦੱਸਣ ਲੱਗਾ, ਤੁਸੀਂ ਮੰਨੋਗੇ? ਕਹਿੰਦੇ ਹਾਂਜੀ। ਕਹਿੰਦੇ ਦੱਸੋ ਮਹਾਰਾਜ ਜੀ, ਜ਼ਰੂਰ ਮੰਨਾਂ। ਕਹਿੰਦੇ ਅੱਛਾ ਆਖਾਂ? ਕਹਿੰਦੇ ਹਾਂਜੀ। ਬੜੀ ਉਤਾਵਲੀ ਸੰਗਤ ਹੋਈ। ਕਹਿੰਦੇ ਸਾਚ ਕਹੂੰ ਸੁਣ ਲਿਓ ਸਭ ਹੈ। ਕਹਿੰਦੇ ਸਾਰੇ ਸੁਣ ਲਓ। ਉੱਥੇ ਹਰ ਤਰ੍ਹਾਂ ਦੇ ਬੰਦੇ ਬੈਠੇ ਸੀਗੇ, ਹਰ ਤਰ੍ਹਾਂ ਦੇ ਇਨਸਾਨ ਬੈਠੇ, ਗਰੀਬ ਅਮੀਰ, ਰਾਜੇ, ਵੱਡੇ ਰਾਜੇ ਮਹਾਰਾਜੇ ਬੈਠੇ ਸੀ। ਸੱਚ ਕਹੂੰ ਸੁਣ ਲਿਓ ਸਭ ਹੈ, ਜਨ ਪ੍ਰੇਮ ਕੀਓ ਤਨ ਹੀ ਪ੍ਰਭ ਪਾਇਓ। ਜੇ ਭੀਲਣੀ ਪ੍ਰੇਮ ਨਾ ਕਰਦੀ ਨਾ ਰਾਮ ਨੂੰ, ਤਾਂ ਸ਼ਾਇਦ
ਝੂਠੇ ਬੇਰ ਭੀਲਣੀ ਨਾ ਆਪਣੇ ਖਵਾ ਸਕਦੀ ਰਾਮ ਨੂੰ। ਪਿਆਰ ਦੇ ਵਿੱਚ ਰਾਮ ਝੂਠੇ ਬੇਰ ਖਾ ਗਿਆ ਤਾਂ ਭਿੱਟ ਨਹੀਂ ਹੋਇਆ। ਅੱਜ ਕਿਸੇ ਮੰਦਿਰ ਦੇ ਵਿੱਚ ਜਾਓ ਨਾ, ਕਿਤੇ ਮਹਾਤਮਾ ਨੂੰ ਹੱਥ ਲਾ ਦਿਓ, ਸੱਪ ਲੜ ਗਏ, ਭਿੱਟ ਦਿੱਤਾ ਹੀ ਮੈਨੂੰ। ਇਹ ਮੈਂ ਜ਼ਿੰਦਗੀ ਦੀਆਂ ਪ੍ਰੈਕਟੀਕਲ ਚੀਜ਼ਾਂ ਤੁਹਾਨੂੰ ਦੱਸਦਾ। ਮੈਂ ਖੁਦ ਕ੍ਰਿਸ਼ਨ ਦੇ ਮੰਦਿਰ ਜਾ ਕਰਕੇ ਨਾ, ਉੱਥੇ ਕੁਝ ਲੋਕਾਂ ਦੇ ਨਾਲ ਗੱਲਬਾਤ ਕਰਦੇ ਦਾ ਹੱਥ ਲੱਗ ਗਿਆ, ਇੱਕ ਪੰਡਤ ਨੂੰ ਟੱਪ ਉੱਠਿਆ। ਕੀ ਬਾਤ, ਤੇਰੇ ਅੰਦਰ ਇੰਨਾ ਗੰਦ ਪਿਆ, ਤੂੰ ਉਹਨਾਂ ਭਿੱਟ ਨਹੀਂ ਹੋਇਆ। ਵੇਖਿਆ ਤੇਰੇ ਅੰਦਰ ਕਿੰਨਾ ਗੰਦ, ਜਿਹੜਾ ਕੱਲ੍ਹ ਦਾ ਖਾਧਾ ਹੈ ਵਾ, ਉਹ 2-3 ਦਿਨ ਦਾ ਖਾਣਾ ਅੰਦਰ ਗੰਦ ਪਿਆ ਵਾ। ਆ ਚਮੜੀ ਦੇ ਅੰਦਰ ਇੰਨਾ ਗੰਦ ਪਿਆ, ਤੂੰ ਉਹਨਾਂ ਭਿੱਟ ਨਹੀਂ ਹੋਇਆ। ਮੇਰੇ ਹੱਥ ਲਾਏ ਤੂੰ ਭਿੱਟ ਹੋ ਗਿਆ। ਸ਼ਰਮ ਕਰ ਕੋਈ ਸੌਰੀ ਦੇ, ਬੜਾ ਝੂਠਾ ਹੋਇਆ। ਕੋਈ ਦੱਸਣ ਵਾਲਾ ਕੋਈ ਮੋਹਰੇ ਚਾਹੀਦਾ, ਬੋਲਣ ਵਾਲਾ ਚਾਹੀਦਾ। ਸਾਨੂੰ ਜਿਸ ਪਾਸੇ ਕਹਿੰਦੇ ਇਹ ਸ਼ਰਾਧ ਮਨਾਓ ਜੀ, ਫਲਾਣਾ ਮਨਾਓ ਜੀ, ਉਹ ਕਰੋ ਜੀ, ਆਹ ਕਰੋ ਜੀ। ਪਿੰਡਾਂ ਦੇ ਵਿੱਚ ਆਉਂਦੇ ਨਾ ਬੰਦੇ, ਆਹ ਮਹਾਂ ਦੀ ਦਾਲ ਇੰਨੀ ਚੜ੍ਹਾ ਦਿਓ, ਇੰਨਾ ਸਰੋਂ ਦਾ ਤੇਲ ਜਿਹੜੀ ਚੀਜ਼ ਉਹਨਾਂ ਸਾਰਿਆਂ ਦੇ ਘਰ 'ਚ ਨਹੀਂ ਹੁੰਦੀ ਨਾ, ਉਹ ਤੁਹਾਨੂੰ ਕਹਿੰਦੇ ਆਹ ਦਾਨ ਕਰੋ, ਫਿਰ ਤੁਹਾਡਾ ਜਿਹੜਾ ਨਾ ਕੀਤਾ ਕਰਾਇਆ ਜਿਹੜਾ ਤੁਸੀਂ ਮਗਰ ਲੱਗ ਜਾਂਦੇ ਹੋ। ਕਿੱਦਾਂ ਦੇ ਲੋਕ ਹੋ ਤੁਸੀਂ? ਯੂ ਆਰ ਕੁਆਲੀਫਾਈਡ ਪੀਪਲ, ਪੜ੍ਹੇ ਲਿਖੇ ਹੋ, ਤੇ ਉਹਨਾਂ ਪਾਂਡਿਆਂ ਦੇ ਮਗਰ ਲੱਗ ਜਾਂਦੇ ਹੋ। ਤੁਸੀਂ ਆਹ ਸ਼ਰਾਧ ਖੜਾਓ ਜੀ, ਆਹ ਫਲਾਣਾ ਖੜਾਓ ਜੀ। ਹਾਂ, ਲੰਗਰ ਲਾ ਦਿਓ, ਗਰੀਬ ਦੇ ਬੱਚਿਆਂ ਨੂੰ ਰੋਟੀ ਖਵਾ ਦਿਓ, ਗਰੀਬ ਦੇ ਬੱਚਿਆਂ ਦੀ ਪੜ੍ਹਾਈ ਦੇ ਪੈਸੇ ਦੇ ਦਿਓ, ਫੀਸ ਦੇ ਦਿਓ। ਉਹ ਤੁਹਾਡੇ ਸ਼ਰਾਧਾਂ ਨਾਲੋਂ ਕਿਤੇ ਉੱਚਾ। ਮਹਾਰਾਜ ਗੁਰੂ ਅਰਜਨ ਪਾਤਸ਼ਾਹ ਦੇ ਦਰਬਾਰ 'ਚ ਇੱਕ ਗੁਰਮੁਖ ਸੇਵਕ ਸੀਗਾ, ਬੜੀ ਬੰਦਗੀ ਸੀ ਉਹਦੀ, ਬੜੀ ਬੰਦਗੀ ਸੀ। ਮਹਾਰਾਜ ਦਾ ਇੱਕ ਸੇਵਕ ਆਇਆ, ਉਹਨੇ ਭੱਠਾ ਲਾਇਆ। ਕਹਿੰਦੇ ਪਾਤਸ਼ਾਹ ਭੱਠਾ ਇੱਟਾਂ ਨੂੰ ਅੱਗ ਦੇਣੀ ਆ, ਹੁਕਮ ਕਰੋ। ਕਹਿੰਦੇ ਬਾਈ ਲੰਗਰ ਲਾ ਦੇਂ, ਤੂੰ ਅੱਗ ਦੇ ਦੀ, ਇੱਟਾਂ ਪੱਕੀਆਂ ਨਿਕਲਣਗੀਆਂ। ਉਹ ਸੰਗਤ ਭੱਠੇ ਦੇ ਲੰਗਰ ਚੱਲਣਾ ਸੀ, ਸੰਗਤ ਚੱਲ ਗਈ, ਸੱਦ ਲਈ ਸੰਗਤ ਆ ਜਾਓ। ਉਹ ਪਹਿਲਾਂ ਗਿਆ, ਉਹਦੀ ਡਿਊਟੀ ਸੇਵਾ ਸੀਗੀ, ਤੇ ਉਹ ਜਾ ਕੇ ਕਹਿੰਦਾ ਵੀ ਮੈਨੂੰ ਕਹਿੰਦਾ ਲੰਗਰ ਦੇ ਦਿਓ। ਕਹਿੰਦਾ ਮੇਰੀ ਡਿਊਟੀ ਇੰਨੇ ਵਜੇ ਸ਼ੁਰੂ ਹੋਣੀ ਆ, ਮੈਂ ਲੰਗਰ ਪੱਕਣਾ ਹੈਗਾ, ਤੇ ਮੈਂ ਭੱਠੀ 'ਚ ਅੱਗ ਡਾਉਣੀ ਹੈਗੀ ਆ, ਬਾਲਣ ਜਿਹਨੂੰ ਕਹਿੰਦੇ ਆ। ਮੈਂ ਲੋਹ ਦੇ ਵਿੱਚ ਬਾਲਣ ਡਾਉਣਾ, ਇਸ ਕਰਕੇ ਲੰਗਰ ਜੇ ਮੈਂ ਗਿਆ ਤਾਂ ਉਦੋਂ ਸ਼ੁਰੂ ਹੋਣਾ ਹੈਗਾ, ਨਹੀਂ ਤਾਂ ਮੈਨੂੰ ਉਡੀਕਦੇ ਰਹਿਣਾ। ਮੈਨੂੰ ਲੰਗਰ ਦਿਓ, ਹੱਥ 'ਤੇ ਹੀ ਦੇ ਦਿਓ। ਕਹਿੰਦੇ ਬੈਠ ਪਰੇ ਚੱਲ। ਉਹ ਕਹਿੰਦਾ ਯਾਰ ਕੌਣ ਮਾਲਕ ਕੌਣ? ਕਹਿੰਦੇ ਜੀ ਉਹ ਖੜੇ ਆ ਗਿਆ। ਉਹ ਕਹਿੰਦਾ ਜਾ ਕੇ ਉਹਨਾਂ ਨੂੰ ਕਹਿੰਦਾ ਜੀ ਉਹ ਮੈਨੂੰ ਜੇ ਤੁਸੀਂ ਲੰਗਰ ਦੇ ਦਿਓ, ਹੱਥ 'ਤੇ ਹੀ ਦੇ ਦਿਓ, ਮੈਂ ਸੇਵਾ ਦੇ ਵਿੱਚ ਜਾਣਾ ਹੈਗਾ, ਲੇਟ ਹੋਣਾ ਹੈਗਾ। ਅਤੇ ਉਹ ਕਹਿੰਦੇ ਜੀ ਪਹਿਲਾਂ 5 ਸੇਵਕਾਂ ਨੂੰ ਖਾਵਾਂਗੇ, ਫੇਰ ਕਹਿੰਦਾ ਤੁਹਾਨੂੰ ਮਿਲੇਗਾ। ਕਹਿੰਦਾ ਪਹਿਲਾਂ ਨਹੀਂ ਮਿਲੇਗਾ। ਕਹਿੰਦੇ ਕਿਹੜੇ 5 ਸੇਵਕਾਂ ਨੂੰ? ਕਹਿੰਦਾ ਹਾਲੇ ਆਏ ਨਹੀਂ ਹੈਗੇ। ਉਹ ਕਹਿੰਦੇ ਮੈਂ ਜਾਣਾ ਹੈਗਾ ਅਤੇ ਮੈਨੂੰ ਦੇ ਦਿਓ। ਉਹ ਕਹਿੰਦੇ ਬਈ ਜਦ ਤੱਕ ਉਹ 5 ਸੇਵਕਾਂ ਨੂੰ ਦਿੰਦੇ ਉਹਨਾਂ ਚਿਰ ਤੈਨੂੰ ਲੰਗਰ ਨਹੀਂ ਮਿਲ ਸਕਦਾ, ਆਰਾਮ ਨਾਲ ਬਹਿ ਜਾ। ਉਹ ਕਹਿੰਦਾ ਇਹ ਲੰਗਰ ਲਾਇਆ ਕਾਹਦੇ ਵਾਸਤੇ ਆ? ਕਹਿੰਦਾ ਇਸ ਕਰਕੇ ਕਿ ਭੱਠੇ ਨੂੰ ਅੱਗ ਦੇਣੀ, ਇੱਟਾਂ ਪੱਕੀਆਂ ਨਿਕਲਣਗੀਆਂ। ਕਹਿੰਦਾ ਅੱਛਾ, ਇੱਟਾਂ ਪੱਕੀਆਂ ਨਿਕਲਣਗੀਆਂ, ਲੰਗਰ ਤਾਂ ਤੁਸੀਂ ਦੇ ਨਹੀਂ ਰਹੇ ਹੈਗੇ। ਲੰਗਰ ਤਾਂ ਦਿੱਤਾ ਗਰੀਬਾਂ ਨੂੰ ਖਵਾਉਣ ਵਾਸਤੇ, ਮੈਂ ਲੰਗਰ ਮੰਗਿਆ, ਤੁਸੀਂ ਦਿੰਦੇ ਨਹੀਂ ਹੈਗੇ। ਤੁਸੀਂ ਕਹਿੰਦੇ ਇੱਟਾਂ ਪੱਕੀਆਂ ਤਾਂ ਨਿਕਲਣਗੀਆਂ ਜਦੋਂ 5 ਸੇਵਕ ਖਾ ਜਾਣਗੇ। ਉਹ ਕਹਿੰਦੇ ਜਾ ਇੱਟਾਂ ਖਿੱਚੀਆਂ। ਉਹ ਕਹਿੰਦੇ ਜਾ ਦੁੱਖੀ ਤਿੱਖੀ, ਤੇਰੇ ਵਰਗੇ ਬਹੁਤ ਇੱਥੇ ਤੁਰੇ ਫਿਰਦੇ। ਕਹਿੰਦੇ ਅੱਛਾ ਕੋਈ ਨਹੀਂ, ਦੇਖ ਲਾਂਗਾ। ਜਾ ਕਹਿੰਦਾ ਇੱਟਾਂ ਕੱਚੀਆਂ ਨਿਕਲਣਗੀਆਂ। ਕਹਿੰਦੇ ਉਹ ਟੂਟੀ ਨਾ ਕਿ ਤੂੰ ਕੌਣ ਹੁੰਨਾ ਵਾ? ਗੁਰੂ ਅਰਜਨ ਪਾਤਸ਼ਾਹ ਨੇ ਬਚਨ ਦਿੱਤਾ ਆ, ਇੱਟਾਂ ਪੱਕੀਆਂ ਨਿਕਲਣਗੀਆਂ। ਕਹਿੰਦਾ ਦੇਖ ਲਾਂਗਾ। ਕਹਿੰਦਾ 10-15 ਦਿਨਾਂ ਬਾਅਦ ਭੱਠਾ ਜਿੱਥੋਂ ਖੋਲ੍ਹਣ ਇੱਟਾਂ ਕੱਚੀਆਂ, ਜਿੱਥੋਂ ਖੋਲ੍ਹਣ ਇੱਟਾਂ ਕੱਚੀਆਂ। ਇੰਨਾ ਦੁਖੀ ਹੋਇਆ, ਕਹਿੰਦਾ ਇੰਨੇ ਹਜ਼ਾਰ ਦਾ ਬਾਲਣ ਬਲ ਗਿਆ ਤੋ ਇੱਟਾਂ ਪੱਕੀਆਂ ਨੇ। ਕਹਿੰਦਾ ਚੰਗੇ ਬਾਬੇ ਆ ਗਿਆ। ਉਹ ਇੱਕ ਬੰਦੇ ਨੇ ਕਿਹਾ, ਕਹਿੰਦਾ ਉਹ ਪਤਾ ਨਹੀਂ ਕੌਣ ਸੀ, ਕਹਿੰਦਾ ਉਹਨੇ ਕਿਹਾ ਤੇ ਉਹਦੀਆਂ ਗੱਲ ਸੱਚ ਹੋ ਗਈ। ਭੱਠਾ ਸਾਰਾ ਇੱਟਾਂ ਕੱਚੀਆਂ, ਜਿੱਥੋਂ ਖੋਲ੍ਹਣ ਉੱਥੋਂ ਇੱਟਾਂ ਕੱਚੀਆਂ, ਜਿੱਥੋਂ ਖੋਲ੍ਹਣ ਉੱਥੋਂ ਕੱਚੀਆਂ। ਚੱਲ ਗਿਆ। ਮਹਾਰਾਜ ਕੋ ਗੁੱਸੇ ਨਾਲ ਭਰਿਆ ਪੀਤਾ। ਕਹਿੰਦਾ ਉਹ ਮਹਾਰਾਜ ਅੱਗੋਂ ਪ੍ਰਵਚਨ ਕਰਦੇ ਸੀ, ਉਹ ਹੁਣ ਘੜੀ ਚਾਹੁੰਦੇ ਕਿ ਫਟਾਫਟ ਬੰਦ ਕਰਨ ਤੇ ਮੈਂ ਆਪਣੀ ਗੱਲ ਕਹਿਣੀ ਹੈਗੀ ਆ। ਪ੍ਰਵਚਨ ਬੰਦ ਹੋਏ ਤੇ ਮਹਾਰਾਜ ਕਹਿੰਦੇ ਵੀ ਜੇ ਕਿਸੇ ਨੇ ਗੱਲ ਕਰਨੀ ਤੇ ਆ ਜਾਓ ਕਰ ਲਓ। ਜਦ ਗੱਲ ਕਰਨ ਵਾਸਤੇ ਉੱਠ ਕੇ ਗੁੱਸੇ 'ਚ ਗਿਆ, ਕਹਿੰਦਾ ਮਹਾਰਾਜ ਜੀ ਤੁਸੀਂ ਚੰਗੇ ਬਾਬੇ ਹੈਗੇ ਹੋ। ਕਹਿੰਦੇ ਕੀ ਹੋਇਆ? ਕਹਿੰਦਾ ਤੁਸੀਂ ਮੈਨੂੰ ਵਚਨ ਦਿੱਤਾ, ਮੇਰਾ ਇੰਨਾ ਨੁਕਸਾਨ ਕਰਾ ਦਿੱਤਾ, ਇੱਟਾਂ ਕਹਿੰਦਾ ਫੇਰ ਕੱਚੀਆਂ ਨਿਕਲੀਆਂ। ਕਹਿੰਦੇ ਹੈ ਇਹ ਕਿੱਦਾਂ ਹੋ ਗਿਆ?
ਕਹਿੰਦੇ ਹੋਇਆ ਆ, ਮੈਂ ਲੈ ਕੇ ਆਇਆ ਨਾਲ ਇੱਟ ਲਗੇ ਆਇਆ ਕੱਚੀ। ਕਹਿੰਦਾ ਆਹ ਦੇਖੋ ਨਾ, ਆਹ ਨਿਕਲਦੀਆਂ ਇੱਦਾਂ ਦੀਆਂ ਇੱਟਾਂ ਨਿਕਲਦੀਆਂ ਜਿੱਥੋਂ ਖੋਲਦਾ। ਕਹਿੰਦਾ ਇੰਨੇ ਹਜ਼ਾਰ ਦਾ ਤੇ ਬਾਲਣ ਬਲ ਗਿਆ, ਬਾਕੀ ਮੁਫਤ ਕਹਿੰਦਾ ਲੰਗਰ ਦੇ ਉੱਤੇ ਇੰਨਾ ਪੈਸਾ ਖਰਚਾ ਕਰਾਤਾ। ਇੱਟਾਂ ਫੇਰ ਕਹਿੰਦਾ ਕੱਚੀਆਂ ਨਿਕਲੀਆਂ, ਬਾਬੇ ਬਣੇ ਆ। ਮਹਾਰਾਜ ਨੂੰ ਕਈ ਕੁਝ ਹੀ ਬੋਲਿਆ। ਮਹਾਰਾਜ ਕਹਿੰਦੇ ਵੀ ਇਹ ਚੀਜ਼ ਹੋਣੀ ਨਹੀਂ। ਕਹਿੰਦੇ ਵੀ ਗੱਲ ਸੁਣ, ਕਹਿੰਦੇ ਉੱਥੇ ਕੋਈ ਸੇਵਕ ਕਿਸੇ ਨੂੰ ਲੰਗਰ ਸਾਰਿਆਂ ਨੂੰ ਖਵਾਇਆ? ਕਹਿੰਦਾ ਹਾਂਜੀ ਸਾਰੇ ਰੱਜ ਕੇ ਆਏ। ਕਹਿੰਦਾ ਕੂਲਾ ਕੱਢ ਕੇ ਆਏ ਆ ਗੁੱਸੇ 'ਚ। ਕਹਿੰਦਾ ਕੂਲਾ ਕੱਢ ਕੇ ਆਇਆ ਪਰ ਪੂਰਾ ਰੱਜ ਕੇ ਖਾ ਕੇ ਆਏ ਆ। ਉਹ ਕਹਿੰਦੇ ਵੀ ਨਹੀਂ, ਸਾਨੂੰ ਦੱਸਦਾ ਤੂੰ ਕਿਸੇ ਸੇਵਕ ਨੂੰ ਲੰਗਰ ਨਹੀਂ ਖਾਣ ਦਿੱਤਾ। ਕਹਿੰਦਾ ਆ ਇੱਕ ਬੁੜਾ ਗਿਆ ਸੀਗਾ ਉੱਥੇ। ਕਹਿੰਦਾ ਇੱਕ ਬੁੜਾ ਗਿਆ ਸੀਗਾ, ਉਹ ਕਹਿੰਦਾ ਬਾਰ-ਬਾਰ ਦੁਖੀ ਕਰਦਾ ਸੀ ਤੇ ਮੈਂ ਉਹਨੂੰ ਕਿਹਾ ਹੈਗਾ ਕਿ ਪਹਿਲਾਂ ਲੰਗਰ 5 ਸੇਵਕ ਖਾਣਗੇ, ਗੁਰਸਿੱਖ ਖਾਣਗੇ, ਫੇਰ ਤੈਨੂੰ ਮਿਲੇਗਾ। ਕਹਿੰਦੇ ਵੀ ਉਹੀ ਤਾਂ ਗੁਰਸਿੱਖ ਸੀਗਾ। ਮਹਾਰਾਜ ਕਹਿੰਦੇ ਉਹੀ ਤਾਂ ਗੁਰਸਿੱਖ ਸਿੰਘਾਂ ਦੇ ਵਿੱਚ ਗਿਆ ਸੀਗਾ ਜਿਹੜਾ ਕਿ ਤੂੰ ਉਹਨੂੰ ਲੰਗਰ ਨਹੀਂ ਛਕਾਇਆ। ਤੇ ਕਹਿੰਦੇ ਉਹਨੇ ਕੀ ਕਿਹਾ? ਕਹਿੰਦਾ ਜੀ ਉਹ ਕਹਿੰਦਾ ਜੇ ਲੰਗਰ ਨਹੀਂ ਛਕਾਉਣਾ ਤੇ ਇੱਟਾਂ ਕੱਚੀਆਂ ਨਿਕਲਣਗੀਆਂ। ਕਹਿੰਦੇ ਤੈਨੂੰ ਪਤਾ ਉਹ ਕੌਣ? ਫਲਾਣਾ ਬੰਦਾ ਜੀ। ਉਹਦੀ ਅਗਲੀ ਦਰਗਾਹ ਦੇ ਵਿੱਚ ਚੀਜ਼ ਜਾ ਪਹੁੰਚੀ, ਪ੍ਰਵਾਨ ਹੋ ਚੁੱਕਾ ਅਗਲੇ ਘਰ ਦੇ ਵਿੱਚ। ਉਹਦਾ ਕਿਹਾ ਮੈਂ ਨਹੀਂ ਮੋੜ ਸਕਦਾ। ਇੱਥੇ ਮਹਾਰਾਜ ਉਸ ਵੇਲੇ ਸ਼ਬਦ ਦੀ ਆ ਬਾਣੀ ਦੀ ਤੁਕ ਲਿਖੀ, ਪਤਾ ਨਹੀਂ ਤੁਹਾਨੂੰ ਕੋਈ ਦੱਸਦਾ ਕਿ ਨਹੀਂ ਦੱਸਦਾ। ਗੁਰੂ ਅਰਜਨ ਪਾਤਸ਼ਾਹ ਨੇ ਆਹ ਤੁਕ ਉਸ ਵੇਲੇ ਉਹ ਗੁਰਸਿੱਖ ਨੂੰ ਜਿਹੜਾ ਭੱਟੇ ਵਾਲਾ ਉਹਨੂੰ ਬੋਲ ਕੇ ਦੱਸੀ, ਮੇਰੀ ਬਾਂਦੀ ਭਗਤ ਛਡਾਏ, ਬਾਂਦੇ ਭਗਤ ਨਾ ਛੂਟੇ ਮੋਹੇ। ਮੇਰਾ ਕੀਤਾ ਆ ਮੇਰਾ ਸੇਵਕ ਕੱਟ ਸਕਦਾ, ਪਰ ਸੇਵਕ ਦੇ ਕੀਤੇ ਨੂੰ ਮੈਂ ਨਹੀਂ ਕੱਟ ਸਕਦਾ। ਜਿਵੇਂ ਸ਼ਿਵ ਜੀ ਨੇ ਭਸਮਾਸੁਰ ਨੂੰ ਵਚਨ ਦੇ ਦਿੱਤਾ ਨਾ, ਕਿ ਉਹਨੇ ਕਿਹਾ ਨਾ ਮੈਨੂੰ ਵਚਨ ਦਿਓ ਜਿਹਦੇ ਸਿਰ ਤੇ ਮੈਂ ਹੱਥ ਰੱਖਾਂ ਸੁਆਹ ਹੋ ਜਾਏ। ਤੇ ਸ਼ਿਵ ਜੀ ਕਹਿੰਦੇ ਤਥਾ ਤੂੰ ਪਹਿਲਾਂ ਤਾਂ ਮੰਨਦੇ ਨਹੀਂ ਸੀ। ਪਾਰਵਤੀ ਕਹਿਣ ਤੇ ਮੰਨ ਗਿਆ। ਜਦ ਉਹ ਪਾਰਵਤੀ ਵੱਲ ਦੇਖਿਆ ਤੇ ਉਹਦਾ ਦਿਲ ਬੇਈਮਾਨ ਹੋ ਗਿਆ। ਕਹਿੰਦਾ ਇਹਨੂੰ ਖਤਮ ਕਰੀਏ, ਜਨਾਨੀ ਲਾ ਕੇ ਜਾਈਏ ਰਾਮ ਨਾਲ। ਹਾਂ, ਭਸਮਾਸੁਰ ਸ਼ਿਵਾ ਨੂੰ ਹੀ ਖਤਮ ਕਰਨ ਲੱਗਾ। ਤੇ ਸ਼ਿਵਾ ਨੇ ਵਚਨ ਦਿੱਤਾ ਹੈਗਾ ਸ਼ਿਵ ਖਤਮ ਨਹੀਂ ਸੀ ਹੋ ਸਕਦੇ। ਇਸ ਕਰਕੇ ਜੇ ਨਹੀਂ ਖਤਮ ਹੋ, ਉਹਦੇ ਸਿਰ ਤੇ ਹੱਥ ਕਰ ਦਿੰਦਾ, ਉਹਨੇ ਖਤਮ ਨਹੀਂ ਹੋਣਾ, ਤਾਂ ਉਹਨਾਂ ਦਾ ਵਚਨ ਜਿਹੜਾ ਸੀ ਉਹ ਖੰਡਨ ਹੋ ਜਾਣਾ ਸੀ। ਰੌਲੀ ਪੈ ਜਾਣੀ ਕਿ ਝੂਠੇ ਵਚਨ ਦਿੰਦੇ ਹੈਗੇ। ਮਹਾਰਾਜ ਨੂੰ ਵੀ ਇਹੀ ਗੱਲ ਉਹਨੇ ਕਹੀ ਕਿ ਤੁਸੀਂ ਝੂਠਾ ਵਚਨ ਦਿੱਤਾ। ਕਹਿੰਦਾ ਝੂਠਾ ਵਚਨ ਨਹੀਂ ਸਾਡਾ ਦਿੱਤਾ, ਪਰ ਤੇਰੀ ਕਰਮ ਕੀਰਤੀ ਜੋ ਤੱਕ ਕਿਹਾ ਨਾ, ਲੰਗਰ ਨਹੀਂ ਛਕਾਇਆ, ਉਹ ਸੇਵਕ ਅਗਲੇ ਘਰ 'ਚ ਪ੍ਰਵਾਨ ਹੋ ਚੁੱਕਾ ਹੋਇਆ, ਉਹਦੀ ਉੱਥੇ ਸੁਣੀ ਜਾਂਦੀ ਹੈ। ਇਸ ਕਰਕੇ ਉਹ ਜੋ ਕਹਿ ਗਿਆ ਮੈਂ ਕੱਟ ਨਹੀਂ ਸਕਦਾ। ਹਾਂ ਹੁਣ ਇੱਕ ਕੰਮ ਕਰ ਸਕਦਾ, ਜਾਂ ਤੇਰੀਆਂ ਇੱਟਾਂ ਜਿਹੜੀਆਂ ਨਾ ਉਹ ਪੱਕੀਆਂ ਦੇ ਭਾਰਾਂ ਵਿਕ ਜਾਣਗੀਆਂ। ਕਹਿੰਦਾ ਪੱਕੀਆਂ ਦੇ ਭਾਰਾਂ ਕਿਹੜਾ ਲੈਣ ਆਏਗਾ ਇਹਨਾਂ ਨੂੰ ਕੱਚੀਆਂ ਇੱਟਾਂ ਨੂੰ। ਕਹਿੰਦਾ ਕੋਈ ਨਹੀਂ। ਉਹ ਗਿਆ, ਅੱਧੇ ਘੰਟੇ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ। ਇੰਨਾ ਮੀਂਹ ਪਿਆ, ਇੰਨਾ ਮੀਂਹ ਪਿਆ। ਪਿੰਡਾਂ ਦੇ ਵਿੱਚ ਕੱਚੇ ਕੋਠੇ ਹੁੰਦੇ ਸੀ ਉਸ ਵੇਲੇ। ਉਸ ਵੇਲੇ ਇੱਟਾਂ ਉੱਟਾਂ ਘੱਟ, ਬੰਦਿਆਂ ਨੂੰ ਇੰਨੀ ਫੁਰਸਤ ਨਹੀਂ ਹੁੰਦੀ, ਕੱਚੇ ਮਕਾਨ ਹੁੰਦੇ ਭੇਤਾਂ ਦੇ। ਬਹੁਤ ਲੋਕਾਂ ਦੇ ਮਕਾਨ ਲਗਾਤਾਰ ਮੀਂਹ ਪੈਣ ਨਾਲ ਟੁੱਟ ਗਿਆ। ਲੋਕਾਂ ਨੂੰ ਭੱਠਿਆਂ ਤੋਂ ਮੀਂਹ ਪੈਂਦਿਆਂ ਜੀ ਨਾ ਉਹ ਮਕਾਨ ਬਣਾਉਣ ਵਾਸਤੇ ਜਿੱਥੋਂ ਕਿਤੇ ਇੱਟਾਂ ਮਿਲੀਆਂ ਲੈਂਦੇ, ਸਭ ਇੱਟਾਂ ਜਿੰਨੀਆਂ ਪੱਕੀਆਂ ਸੀਗੀਆਂ ਨਾ ਉਹ ਸਾਰੀਆਂ ਚੱਕ ਕੇ ਲੈ ਗਏ। ਅਗਲੇ ਰੋੜੇ ਵੀ ਚੱਕ ਕੇ ਲੈ ਗਏ ਟੁੱਟੇ ਜਿਹੜੇ ਸੀ। ਤਾਂ ਹੁਣ ਉਹ ਕੱਚੀਆਂ ਇੱਟਾਂ ਸੀਗਾ, ਉੱਥੇ ਕੌਣ ਜਾਵੇ? ਉੱਥੇ ਕੋਈ ਨਹੀਂ ਗਿਆ। ਜਦੋਂ ਪੱਕੀਆਂ ਇੱਟਾਂ ਕਿਤੋਂ ਨਾ ਮਿਲਣ, ਉਹਦੀਆਂ ਫਿਰ ਕੱਚੀਆਂ ਜਿਹੜੀਆਂ ਸੀਗੀਆਂ ਜਿਹੜੇ ਦਾਮ 'ਤੇ, ਉਹ ਕਹਿੰਦਾ ਮੈਂ ਆਹ ਦਾਮ ਲੈਣਾ। ਲੋਕ ਮਕਾਨ ਬਣਾਉਣੇ ਸਹੀ ਲੋਕਾਂ ਨੂੰ, ਉਹ ਇੱਟਾਂ ਕੱਚੀਆਂ ਵੀ ਪੱਕੀਆਂ ਦੇ ਭਾਅ ਵੇਚ ਦਿੱਤੀਆਂ ਨੇ। ਬੜਾ ਖੁਸ਼ ਹੋਇਆ, ਮਹਾਰਾਜ ਕੋ ਆਇਆ। ਕਹਿੰਦਾ ਜੀ ਇਹ ਤਾਂ ਕਮਾਲ ਹੋ ਗਈ। ਕਹਿੰਦਾ ਤੁਸੀਂ ਕਿਹਾ ਸੀ ਇੱਟਾਂ ਵਿਕ ਜਾਣਗੀਆਂ, ਪੱਕੀਆਂ ਦੇ ਭਾਅ ਨਾ ਵਿਕਣਗੀਆਂ। ਕਹਿੰਦੇ ਪੱਕੀਆਂ ਤੋਂ ਵੀ ਮਹਿੰਗੀਆਂ ਵਿਕੀਆਂ। ਲੋਕੀ ਕਹਿੰਦਾ ਚੁੱਕ ਚੁੱਕ ਕੇ ਕਹਿੰਦਾ ਲੈ ਗਿਆ। ਕਹਿੰਦਾ ਨਿੱਕੇ ਨਿੱਕੇ ਰੋੜੇ ਵੀ ਜਿਹੜੇ ਉਹ ਵੀ ਚੱਕ ਕੇ ਲੈ ਗਏ। ਕਹਿੰਦਾ ਬੜਾ ਕੁਛ। ਆਪਾਂ ਵੀ ਇੱਦਾਂ ਹੀ ਕਰਦੇ, ਜਦੋਂ ਆਪਣਾ ਕੰਮ ਹੋ ਜਾਂਦਾ ਨਾ ਆਪਾਂ ਬੜੇ ਖੁਸ਼ ਹੁੰਦੇ ਹੈਗੇ। ਜਦੋਂ ਨਹੀਂ ਹੁੰਦਾ ਗਏ ਸੀ ਉੱਥੇ, ਇੰਨਾ ਟਾਈਮ ਹੋ ਗਿਆ ਖਰਾਬ, ਟਾਈਮ ਹੀ ਬਰਬਾਦ ਕੀਤਾ। ਕਿਆ ਬਾਤ। ਜਦੋਂ ਕੰਮ ਹੋ ਜਾਂਦਾ ਫਿਰ ਖੁਸ਼ ਹੋ ਜਾਂਦਾ। ਡਾਵਾਂ ਡੋਲ ਮਹਾਰਾਜ ਗੁਰੂ ਨਾਨਕ ਕਹਿੰਦੇ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਜਿਨ ਤੈਨੂੰ ਪੈਦਾ ਕੀਤਾ ਉਹ ਤੇਰਾ ਫਿਕਰ ਵੀ ਕਰਦਾ। ਕਿਉਂ ਡੋਲਦਾ? ਮੈਂ ਭਰੋਸਾ ਤੇ ਰੱਖ ਮਾਲਕ ਦੇ ਉੱਤੇ।
ਪਾਤਸ਼ਾਹ ਨੇ ਸੰਗਤ ਨੂੰ ਜਦੋਂ ਇਹ ਗੱਲ ਕਹੀ ਨਾ ਕਿ ਪਿਆਰ ਕਰੋ ਸਭ ਨੂੰ, ਰੱਬ ਨੂੰ ਮਿਲਣਾ। ਆਪਾਂ ਹੁਣ ਉਧਰਲੇ ਪਾਸੇ ਆਈਏ ਪੰਜ ਪਿਆਰਿਆਂ ਦੇ। ਪੰਜ ਪਿਆਰਿਆਂ ਦਾ ਰੂਪ ਸਜਾਉਣ ਦੇ ਵਾਸਤੇ ਮਹਾਰਾਜ ਨੇ ਵਾਲ, ਜਟਾ, ਜੂਠ, ਦਾੜੀ ਤੇ ਕੇਸ ਜਿਹੜੇ ਸੀ, ਇਹ ਸਤਯੁਗ ਦੇ ਉਹਨਾਂ ਰਿਖੀਆਂ ਮੁਨੀਆਂ ਦਾ ਰੂਪ ਮੰਗਿਆ ਆਪਣੇ ਸੇਵਕ ਦੇ ਵਾਸਤੇ, ਆਪਣੇ ਸਿਪਾਹੀ ਦੇ ਵਾਸਤੇ। ਜਟਾ ਜੂਟ ਰਿਖੀਆਂ ਮੁਨੀਆਂ ਦਾ ਰੂਪ ਮੰਨਿਆ। ਬਾਲਾਂ 'ਚ ਤਾਕਤ ਸੀ, ਸੈਮਸਨ ਬਾਲਾਂ ਦੇ ਨਾਲ ਉੱਡ ਜਾਂਦਾ ਸੀਗਾ। ਜਦ ਉਹਦੀ ਦੋਸਤ ਮਿੱਤਰ ਨੇ ਕੱਟ ਲਿਆ ਨਾ, ਉਦੋਂ ਹੀ ਫਾਂਸੀ ਦਾ ਹੁਕਮ ਹੋ ਗਿਆ, ਉਹਨੂੰ ਉੱਡ ਨਹੀਂ ਸਕਿਆ। ਵਾਲਾਂ 'ਚ ਤਾਕਤ ਹੈ। ਜਟਾ ਜੂਟ ਰੂਪ ਕੁਦਰਤ ਨੇ ਦਿੱਤਾ, ਕਾਦਰ ਨੇ ਦਿੱਤਾ, ਮਾਲਕ ਨੇ ਬਖਸ਼ਿਸ਼ ਕੀਤੀ ਆ। ਜੇ ਕਿਸੇ ਬੰਦੇ ਤੇ ਦਾੜੀ ਨਾ ਆਵੇ, ਇੱਕ ਤਾਂ ਸ਼ੇਵ ਕਰ ਲੈਂਦਾ ਤੇ ਜੁਦੀ ਗੱਲ, ਫਿਰ ਵੀ ਕੋਈ ਸ਼ਕਲ। ਜੇ ਇਸ ਬੰਦੇ ਤੇ ਦਾੜੀ ਨਾ ਆਵੇ ਤਾਂ ਉਹਨੂੰ ਪਤਾ ਕਿ ਖੋਦਾ ਕਹਿੰਦੇ ਆ, ਉਹਦੀ ਸ਼ਕਲ ਹੀ ਹੋਰ ਤਰ੍ਹਾਂ ਦੀ ਬਣ ਜਾਂਦੀ ਹੈਗੀ ਆ। ਉਹ ਚੰਗਾ ਨਹੀਂ ਲੱਗਦਾ, ਉਹਦਾ ਚਿਹਰਾ ਨਹੀਂ ਚੰਗਾ ਲੱਗਦਾ। ਮੈਂ ਬਹੁਤ ਕਈ ਲੋਕ ਦੇਖੇ ਇੱਦਾਂ ਦੇ, ਸਾਡੇ ਪਿੰਡ ਵੀ ਹੁੰਦਾ ਸੀ ਇੱਕ ਬੰਦਾ, ਉਹਦੀ ਸ਼ਕਲ ਹੀ ਹੋਰ ਤਰ੍ਹਾਂ ਲੱਗਦੀ ਹੁੰਦੀ ਸੀ, ਚਿਹਰਾ ਹੀ ਹੋਰ ਤਰ੍ਹਾਂ ਲੱਗਣਾ। ਜਟਾ ਜੂਟ ਮੇਰੇ ਸਿੰਘ ਵਾਸਤੇ ਆਹ ਚੀਜ਼ ਚਾਹੀਦੀ ਹੈਗੀ ਆ। ਵਾਲਾਂ 'ਚ ਤਾਕਤ ਹੁੰਦੀ ਆ। ਰਿਖੀਆਂ ਮੁਨੀਆਂ ਦਾ ਰੂਪ ਮੰਗਿਆ ਕਾਦਰ ਦੇ ਕੋਲ, ਜਿੱਥੇ ਉਹਨੇ ਕਹਿੰਦੇ ਹੈ ਸ਼ਿਵਾ ਵਰ ਮੋਹਿਆ ਹੈ ਸ਼ੁਭ ਕਰਮਨ ਤੇ ਕਬੂ ਨਾ ਟਲੋ। ਰਿਖੀਆਂ ਮੁਨੀਆਂ ਦਾ ਰੂਪ ਜਟਾ ਜੂਟ ਦਾੜੀ ਕੇਸ ਜਿਹੜੇ ਸੀ ਮੰਗੇ। ਦੂਸਰਾ ਰੂਪ ਕੜਾ। ਤ੍ਰੇਤੇ ਦੁਆਪਰ ਯੁੱਗ ਦੇ ਕ੍ਰਿਸ਼ਨ ਦੇ ਕੋਲੋਂ ਸੁਦਰਸ਼ਨ ਚੱਕਰ ਦੀ ਸ਼ਕਤੀ ਜਿਹੜੀ ਸੀ ਉਹ ਕੜੇ ਦੇ ਵਿੱਚ ਮੰਗੀ, ਕੜੇ ਦੇ ਰੂਪ ਦੇ ਵਿੱਚ ਮੰਗੀ। ਪੰਜ ਪਿਆਰਿਆਂ ਨੂੰ ਜਿਹੜੀਆਂ ਬਖਸ਼ਿਸ਼ਾਂ, ਜਿਹੜੀਆਂ ਸ਼ਕਤੀਆਂ ਦਿੱਤੀਆਂ ਸੀ, ਇਹ ਕੜੇ ਦੇ ਵਿੱਚ ਦੁਆਪਰ ਯੁੱਗ ਦੇ ਕ੍ਰਿਸ਼ਨ ਦੇ ਕੋਲੋਂ ਸੁਦਰਸ਼ਨ ਚੱਕਰ ਦਾ ਜਿਹੜਾ ਰੂਪ ਸੀ ਉਹਦੀ ਸ਼ਕਤੀ ਮੰਗੀ ਕਿ ਮੈਨੂੰ ਉਹ ਸ਼ਕਤੀ ਕੜੇ ਦੇ ਵਿੱਚ ਚਾਹੀਦੀ ਆ ਕਿ ਇਹ ਹੱਥ ਜਦੋਂ ਚੱਲੇਗਾ ਨਾ ਜ਼ਾਲਮ ਦੇ ਉੱਤੇ ਤੇ ਜ਼ੁਲਮ ਦੇ ਉੱਤੇ, ਇਹਦੀ ਸ਼ਕਤੀ ਪੂਰੀ ਇਸ ਬਾਂਹ ਦੇ ਵਿੱਚ ਸ਼ਕਤੀ ਹੋਣੀ ਚਾਹੀਦੀ ਹੈ ਮੇਰੇ ਸਿੰਘ ਦੇ ਵਿੱਚ। ਕਹਿੰਦੇ ਤਲਵਾਰ ਚਾਹੀਦੀ ਆ ਉਹ ਜਿਹਦਾ ਸ਼ੁੰਭ ਤੇ ਕੁਸ਼ੁੰਭ ਦਾ ਨਾਸ ਕਰਨ ਵਾਸਤੇ ਅਸ਼ਟਭੁਜੀ ਸ਼ਕਤੀ ਕਾਲੀ ਦਾ ਰੂਪ ਧਾਰਨ ਕਰਕੇ ਜਿਹਨੇ ਸ਼ੁੰਭ ਤੇ ਕੁਸ਼ੁੰਭ ਦੈਂਤਾ ਦਾ ਨਾਸ ਕੀਤਾ। ਮੈਨੂੰ ਉਹ ਤਲਵਾਰ ਚਾਹੀਦੀ ਆ ਆਪਣੇ ਸਿੰਘ ਦੇ ਵਾਸਤੇ। ਉਹ ਤਲਵਾਰ 'ਚ ਉਹ ਸ਼ਕਤੀ ਹੋਣੀ ਚਾਹੀਦੀ ਆ। ਤਿੰਨ ਚੀਜ਼ਾਂ ਮੰਗ ਲਈਆਂ। ਕਹਿੰਦਾ ਹਾਲੇ ਹੋਰ ਚਾਹੀਦੀਆਂ ਹੈਗੀਆਂ, ਪੰਜ ਚਾਹੀਦੀਆਂ। ਕਹਿੰਦੇ ਪੰਜ ਚਾਹੀਦੀਆਂ? ਕਹਿੰਦੇ ਹਾਂ। ਕਹਿੰਦੇ ਕੰਘਾ ਚਾਹੀਦਾ ਵਾਲਾਂ ਨੂੰ ਸਾਫ਼ ਕਰਨਾ, ਜਟਾ ਜੂਟ ਹੈ ਨਾ, ਕੰਘਾ ਚਾਹੀਦਾ। ਇਹ ਉਹ ਸ਼ਕਤੀ ਨਰ ਸਿੰਘ ਦੇ ਰੂਪ ਦੀ ਚਾਹੀਦੀ ਆ ਜਿਹਨੇ ਆਪਣੇ ਪੰਜੇ ਦੇ ਨਾਲ ਹਰਨਾਕਸ਼ ਤੇ ਹਰਨਕਸ਼ਪ ਨੂੰ, ਪ੍ਰਹਲਾਦ ਦੀ ਰੱਖਿਆ ਕਰਨ ਵਾਸਤੇ ਆਪਣੇ ਇਹ ਪੰਜੇ ਦੇ ਨਾਲ ਜ਼ੁਲਮ ਨੂੰ ਸਾਫ਼ ਕੀਤਾ ਸੀ, ਜ਼ਾਲਮ ਦਾ ਖਾਤਮਾ ਕੀਤਾ ਸੀ। ਮੈਨੂੰ ਆਪਣੇ ਸਿੰਘ ਦੇ ਵਾਸਤੇ ਇੱਕ ਕੰਘੇ ਦੇ ਰੂਪ ਦੇ ਵਿੱਚ ਇਹ ਵਾਲਾਂ ਨੂੰ ਵਾਹੁਣ ਵਾਸਤੇ ਸਾਫ਼ ਕਰਨ ਲਈ ਵੀ ਤੇ ਜ਼ਾਲਮ ਦਾ ਸਫਾਇਆ ਕਰਨ ਵਾਸਤੇ ਵੀ ਇਹ ਕੰਘੇ ਦੇ ਵਿੱਚ ਉਹ ਤਾਕਤ ਚਾਹੀਦੀ ਹੈਗੀ ਆ ਨਰ ਸਿੰਘ ਦੀ। ਔਰ ਮੇਰੇ ਸੇਵਕ ਦਾ ਨਾਂ ਸਿੰਘ ਹੋਵੇਗਾ, ਮੈਂ ਸਿੰਘ ਨਾਂ ਨਰ ਸਿੰਘ ਤੋਂ ਰੱਖਾਂਗਾ। ਨਰ ਸਿੰਘ ਤੋਂ ਸਿੰਘ ਦਾ ਨਾਂ ਮੰਗਿਆ ਔਰ ਨਾਲ ਕੰਘੇ ਦਾ ਰੂਪ ਮੰਗਿਆ ਉਹ ਤੋਂ। ਕੰਘੇ ਦੇ ਨਾਲ ਸਿੰਘ ਨਾਂ ਵੀ ਉਹਦਾ ਚਾਹੀਦਾ, ਨਰ ਸਿੰਘ ਦਾ। ਤਥਾਸਤੂ। ਹੁਣ ਤੇ ਠੀਕ ਆ? ਕਹਿੰਦਾ ਨਹੀਂ, ਹਾਲੇ ਨਹੀਂ। ਕਹਿੰਦੇ ਤ੍ਰੇਤੇ ਯੁੱਗ ਦੇ ਵਿੱਚ ਰਾਮ ਭਗਤ ਹਨੂਮਾਨ ਦੀ ਜਿਹੜੀ ਸ਼ਕਤੀ ਸੀਗੀ, ਮੈਨੂੰ ਉਹ ਕਸ਼ਹਿਰਾ ਚਾਹੀਦਾ। ਹਨੂਮਾਨ ਤ੍ਰੇਤੇ ਦੇ ਯੁੱਗ ਦਾ, ਜੋ ਹਨੂਮਾਨ ਨੇ ਕਸ਼ਹਿਰੇ ਦੇ ਨਾਲ ਸਾਰੀਆਂ ਜੰਗਾਂ ਜਿੱਤ ਦਿੱਤੀਆਂ ਸੀ ਰਾਮ ਦੀਆਂ, ਉਹ ਤਾਕਤ ਮੈਨੂੰ ਆਪਣੇ ਕਾਮਨਾਵਾਂ ਨੂੰ ਵਸ ਕਰਨ ਵਾਸਤੇ ਸਿੰਘ ਲਈ ਮੈਨੂੰ ਤ੍ਰੇਤੇ ਯੁੱਗ ਦਾ ਉਹ ਕਸ਼ਹਿਰਾ ਚਾਹੀਦਾ। ਇਹ ਪੰਜ ਚੀਜ਼ਾਂ ਚਾਹੀਦੀਆਂ ਮੈਨੂੰ ਆਪਣੇ ਸਿੰਘ ਦੇ ਵਾਸਤੇ। ਨਾ ਵੀ ਉਹਨਾਂ ਤੇ ਮੰਗਿਆ। ਨਰ ਸਿੰਘ, ਨਰ ਸਿੰਘ ਤੋਂ ਮੈਨੂੰ ਸਿੰਘ ਚਾਹੀਦਾ ਆਪਣੇ ਸੇਵਕ ਦਾ ਨਾਂ। ਸ਼ੇਰਾਂ ਵਰਗੀ ਤਾਕਤ ਜਿਹਦੇ ਵਿੱਚ ਹੋਵੇਗੀ, ਜਿਹੜਾ ਜ਼ੁਲਮ ਦੇ ਨਾਲ ਲੜਨ ਲੱਗਾ ਕਦੀ ਪਿੱਛਾ ਨਹੀਂ ਹਟੇਗਾ। ਤਾਂ ਹੀ ਉਹਨਾਂ ਕਿਹਾ 1.25 ਲੱਖ ਸੇ ਏਕ ਲੜਾਊਂ ਤਭੀ ਗੋਬਿੰਦ ਸਿੰਘ ਨਾਮ ਕਹਾਊਂ।
ਪਿਆਰੀ ਸਾਧ ਸੰਗਤ ਜੀਓ, ਜਦੋਂ ਇਹ ਸ਼ਕਤੀਆਂ ਆਪਣੇ ਸੇਵਕਾਂ ਦੇ ਸਿੰਘਾਂ ਦੇ ਵਾਸਤੇ ਲੈ ਕੇ ਨਾਂ ਦੇ ਕੇ ਉਹਨਾਂ ਨੂੰ ਦਇਆ ਰਾਮ ਤੋਂ ਦਇਆ ਸਿੰਘ ਰੱਖ ਦਿੱਤਾ, ਧਰਮਦਾਸ ਤੋਂ ਨਾਂ ਧਰਮ ਸਿੰਘ ਰੱਖ ਦਿੱਤਾ, ਪੰਜਾਂ ਪਿਆਰਿਆਂ ਦੇ ਨਾਂ ਸਿੰਘ ਰੱਖ ਕੇ ਮੰਚ ਤੇ ਲਿਆਂਦਾ ਔਰ ਸੰਗਤ ਹੈਰਾਨ ਹੋ ਗਈ। ਅੱਜ ਉਹ ਨਾਂ ਜਿਹੜਾ ਹੈ ਚੱਲ ਰਿਹਾ ਵਾ, ਸਦਾ ਦੇ ਵਾਸਤੇ ਅਮਰ ਹੋ ਗਿਆ ਵਾ। ਅੱਜ ਦੇ ਦਿਹਾੜੇ ਦੇ ਉੱਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਸੇਵਕਾਂ ਨੂੰ ਇੱਕ ਨਵਾਂ ਰੂਪ ਦਿੱਤਾ ਸੀਗਾ ਔਰ ਦੁਸ਼ਟਾਂ ਦੇ ਤੇ ਦੁਸ਼ਟ ਦਮਨ ਦਾ ਰੂਪ ਆਪਣਾ ਸੀ ਉਹਨਾਂ ਦਾ, ਜਿੱਤੋਂ ਬੰਦਗੀ ਕਰਦੇ ਛੱਡ ਕੇ ਆਏ ਸੀਗੇ। ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ, ਜ਼ਾਲਮਾਂ ਦਾ ਨਾਸ਼ ਕਰਨ ਵਾਸਤੇ ਤੇ ਜ਼ੁਲਮ ਦਾ ਸਫਾਇਆ ਕਰਨ ਵਾਸਤੇ। ਜਦ ਵੀ ਮਹਾਂਪੁਰਖ ਧਰਤੀ ਤੇ ਜ਼ੁਲਮ ਹੁੰਦਾ ਉਦੋਂ ਜ਼ੁਲਮ ਦੇ ਨਾਲ ਟੱਕਰ ਲੈਣ ਵਾਸਤੇ ਆਏ। ਅੱਜ ਵੀ ਆਏ ਹੋਏ ਆ, ਕੱਲ੍ਹ ਵੀ ਆਉਣਗੇ। ਤਾਂ ਆਉਣ ਵਾਲਾ ਸਮਾਂ ਜਿਹੜਾ ਹੈਗਾ ਇਹਦੇ ਵਿੱਚ ਨੇਕ ਕਲੰਕ ਅਵਤਾਰ ਉਹਦੀਆਂ ਤਿਆਰੀਆਂ ਹੋ ਰਹੀਆਂ ਹੈਗੀਆਂ, ਤੇ ਤੁਸੀਂ ਆਪਣੇ ਆਪ ਨੂੰ ਪ੍ਰਪੇਅਰ ਕਰ ਲਓ। ਨਾਮ ਤੁਹਾਡੇ ਕੋਲ ਹੈਗਾ, ਜੇ ਨਹੀਂ ਹੈਗਾ ਤੇ ਜਿੱਥੋਂ ਤੁਹਾਡਾ ਦਿਲ ਮੰਨਦਾ ਲੈ ਲਓ। ਨਾਮ ਕੋਈ ਫੁੱਲੀਆਂ ਪਤਾਸੇ ਨਹੀਂ ਹੈਗਾ। ਨਾਮ ਇੱਕ ਉਹ ਤਾਕਤ ਹੈ ਜਿਹਨੂੰ ਜਪਣ ਦੇ ਨਾਲ ਮਹਾਰਾਜ ਸਾਫ਼ ਹੀ ਕਹਿੰਦੇ ਆ ਕਿ ਨਾਮ ਜਿੱਡੀ ਕੋਈ ਤਾਕਤ ਨਹੀਂ। ਨਾਮ ਕੀ ਹੈ? ਨਾਮ ਅਮੋਲਕ ਰਤਨ ਹੈ। ਗੁਰੂ ਗ੍ਰੰਥ ਸਾਹਿਬ ਦੀ ਗੱਲ ਤੇ ਮੰਨ ਲਓ, ਮੇਰੀ ਨਾ ਮੰਨੋ। ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ। ਸਤਿਗੁਰ ਸੇਵੇ ਲੱਗਿਆ ਕੱਢ ਦੇਵੇ ਰਤਨ ਪ੍ਰਕਾਸ਼। ਮਹਾਰਾਜ ਨੇ ਆਪਣੇ ਸੇਵਕਾਂ ਨੂੰ ਜਿੱਥੇ ਅੰਮ੍ਰਿਤ ਛਕਾ ਕਰਕੇ ਅਸੂਲ ਦਿੱਤੇ, ਅੱਜ ਉਹ ਅਸੂਲਾਂ ਤੇ ਜਿਹੜਾ ਵੀ ਚੱਲਦਾ ਹੈਗਾ, ਕਸਮ ਖੁਦਾ ਦੀ ਗੁਰੂ ਗੋਬਿੰਦ ਸਿੰਘ ਨਾਲ ਉਹ ਸੇਵਕ ਦਾ ਪਾਲ ਬਿੰਗਾ ਨਹੀਂ ਹੋਣ ਦਿੰਦੇ। ਜਿਹੜਾ ਗੁਰੂ ਗੋਬਿੰਦ ਸਿੰਘ ਦੇ ਅਸੂਲਾਂ ਤੇ ਚੱਲਦਾ, ਮੈਂ ਸਾਫ਼ ਤੁਹਾਨੂੰ ਕਹਿਣਾ, ਮੈਂ ਕਿਉਂਕਿ ਮੈਂ ਇਹ ਚੀਜ਼ਾਂ ਵੇਖੀਆਂ ਵਾ। ਜਿਹੜਾ ਗੁਰੂ ਦੇ ਹੁਕਮ ਦੇ ਉੱਤੇ ਚੱਲਦਾ, ਗੁਰੂ ਦੇ ਹੁਕਮ ਦੀ ਉਲੰਘਣਾ ਨਹੀਂ, ਗੁਰੂ ਦੇ ਹੁਕਮ ਨੂੰ ਆਪਣੇ ਰੋਮ ਦੇ ਵਿੱਚ ਵਸਾ ਕਰ ਜੇ ਚੱਲਦਾ, ਉਹ ਗੁਰੂ ਦੇ ਭਉ ਦੇ ਵਿੱਚ ਹੈਗਾ, ਉਹੀ ਭਗਤ ਬਣ ਸਕਦਾ ਹੈਗਾ, ਦੂਸਰਾ ਤੀਸਰਾ ਨਹੀਂ। ਭਉ ਬਿਨ ਭਗਤ ਨਾ ਹੋਏ। ਤੋ ਇੰਨੇ ਦੇ ਨਾਲ ਅੱਜ ਦੇ ਤੁਹਾਡੇ ਆਉਣ ਤੇ ਜੋ ਗੱਲਾਂ ਬਾਤਾਂ ਸਤਸੰਗ ਦੇ ਰੂਪ 'ਚ ਕੀਤੀਆਂ ਵਾ, ਪਾਤਸ਼ਾਹ ਨੇ ਕਿਹੜੀਆਂ ਚੀਜ਼ਾਂ ਸਾਨੂੰ ਬਖਸ਼ਿਸ਼ ਕੀਤੀਆਂ। ਔਰ ਦਿਹਾੜਾ ਅੱਜ ਦੇ ਦਿਹਾੜੇ ਦੇ ਉੱਤੇ ਉਹਨੇ ਇਸ ਵਿਸਾਖੀ ਦੇ ਦਿਹਾੜੇ ਨੂੰ ਬਹੁਤ ਵੱਡਾ ਮਾਣ ਤੇ ਸਤਿਕਾਰ ਬਖਸ਼ਿਸ਼ ਕੀਤਾ। ਆਪਾਂ ਕਿੰਨੇ ਖੁਸ਼ੀਆਂ ਦੇ ਨਾਲ ਮਨਾਉਂਦੇ ਹੈਗੇ ਆ। ਇਹ ਦਿਹਾੜਾ ਜਿਹੜਾ ਹੈਗਾ ਸਾਡੇ ਜ਼ਿਮੀਂਦਾਰਾਂ ਦੇ ਵਾਸਤੇ ਔਰ ਸਾਰੀ ਪਬਲਿਕ ਵਾਸਤੇ। ਸਾਡੇ ਜ਼ਿਮੀਂਦਾਰ ਆਪਾਂ ਸਾਰੇ ਹੀ ਹੈਗੇ ਆ, ਮੈਂ ਇਕੱਲਾ ਨਹੀਂ ਹੈਗਾ, ਤੁਸੀਂ ਵੀ ਨਾਲ ਹੀ ਹੈਗੇ। ਔਰ ਪਬਲਿਕ ਦੇ ਵਿੱਚ ਵੀ ਆਪਾਂ ਸਾਰੇ ਆਉਂਦੇ ਆ। ਇਸ ਦਿਹਾੜੇ ਦੇ ਉੱਤੇ ਢੋਲਾਂ ਤੇ ਡਗੇ ਵੱਜ ਕੇ ਕਣਕਾਂ ਦੀ ਕਟਾਈ ਸ਼ੁਰੂ ਹੋ ਜਾਂਦੀ ਹੈਗੀ ਆ। ਔਰ ਪਬਲਿਕ ਦੇ ਵਾਸਤੇ ਖਾਣਾ ਜਿਹੜਾ ਘਰਾਂ ਦੇ ਵਿੱਚ ਪਹੁੰਚਾਉਣ ਲਈ ਹਰ ਵਰਗ ਦਾ ਲੋਕ, ਹਰ ਵਰਗ ਦਾ ਬੰਦਾ ਜਿਹੜਾ ਉਹ ਕਿਸਾਨਾਂ ਦੇ ਨਾਲ ਰਲ ਕਰਕੇ ਨਾ, ਫਾਰਮਰਾਂ ਨਾਲ ਰਲ ਕਰਕੇ ਨਾ, ਆਪਣੇ ਘਰਾਂ ਦੇ ਵਿੱਚ ਰੁਜ਼ਗਾਰ, ਆਪਣੇ ਘਰਾਂ ਦੇ ਪਰਿਵਾਰ ਪਾਲਣ ਵਾਸਤੇ ਮਿਹਨਤ ਕਰਕੇ ਜੋ ਵੀ ਦਾਣਾ ਜ਼ਿਮੀਂਦਾਰ ਦੇ ਖੇਤਾਂ 'ਚ ਪੱਕਦਾ ਹੈਗਾ, ਜ਼ਿਮੀਂਦਾਰਾਂ ਦੇ ਖੇਤਾਂ 'ਚ ਕਟਾਈ ਕਰਦੇ ਆ, ਮਿਹਨਤ ਕਰਦੇ ਆ, ਲੇਬਰਿੰਗ ਕਰਦੇ ਆ, ਮੰਡੀਆਂ 'ਚ ਜਾਂਦੇ ਆ। ਜਿੱਥੇ ਖੇਤਾਂ 'ਚੋਂ ਬਾਅਦ ਮੰਡੀਆਂ, ਜਿੱਥੇ ਵੀ ਢੁਆਈ ਹੈਗੀ ਆ, ਜਿੱਥੇ ਭਰਾਈ ਹੈਗੀ ਆ, ਜਿੱਥੇ ਇਹ ਚੀਜ਼ ਫਸਲ ਜਿਹੜੀ ਆ ਵਰਤੀ ਜਾਂਦੀ, ਵੰਡੀ ਜਾਂਦੀ, ਭੇਜੀ ਜਾਂਦੀ ਆ, ਹਰ ਵਰਗ ਦਾ ਬੰਦਾ ਜਿਹੜਾ ਉਹ ਇਸ ਦਿਹਾੜੇ ਦੀ ਉਡੀਕ ਕਰਦਾ, ਕਦੋਂ ਵਿਸਾਖੀ ਆਵੇ, ਸ਼ੁਰੂ ਹੋਵੇ, ਕਦੋਂ ਸਾਡੀਆਂ ਇਹ ਕਿਰਤ ਦੀਆਂ ਜਿਹੜੀਆਂ ਫਲ ਹੈਗੇ ਆ ਇਹ ਸ਼ੁਰੂ ਹੋਣ। ਤੋਂ ਅੱਜ ਦੇ ਦਿਹਾੜੇ ਦੇ ਦਿਨ ਤੋਂ ਕਣਕ ਦੀ ਜਿਹੜੀ ਕਟਾਈ ਆ ਸ਼ੁਰੂ ਹੋ ਜਾਂਦੀ ਹੈਗੀ ਆ। ਅੱਜ ਕੱਲ੍ਹ ਬੀਜ ਇੱਦਾਂ ਦੇ ਆ ਗਿਆ, ਕਈ ਵਾਰੀ ਪਹਿਲਾਂ ਹੀ ਪੱਕ ਜਾਂਦੀ, ਪਰ ਫਿਰ ਵੀ ਵਿਸਾਖੀ ਦੀ ਉਡੀਕ ਕਰਦੇ ਆ। ਤੋਂ ਅੱਜ ਦੇ ਦਿਹਾੜੇ ਦੇ ਉੱਤੇ ਹਰ ਪਾਸੇ ਹਿੰਦੁਸਤਾਨ ਦੇ ਵਿੱਚ ਇੱਥੇ ਤੇ ਜਾ ਕਰਕੇ ਜੁਲਾਈ ਅਗਸਤ ਦੇ ਵਿੱਚ ਕਣਕ ਪੱਕਣੀ ਆ। ਇੱਥੇ ਤੇ ਹਾਲੇ ਹੁਣ ਨਿਕਲਣ ਲੱਗੀ ਆ, ਜ਼ਮੀਨ ਦੇ ਵਿੱਚੋਂ ਨਿਕਲਣ ਲੱਗੀ, 2-2 3-3 ਇੰਚ ਉੱਗੀ ਹੈਗੀ ਹਾਲੇ। ਸਾਡੇ ਇੰਗਲੈਂਡ ਵੀ ਹਾਲੇ ਉਹ 2-2 3-3 ਇੰਚ ਹੋਈ ਹੈਗੀ ਆ। ਅਪ੍ਰੈਲ ਦੇ ਵਿੱਚ ਉੱਗਣੀ ਸ਼ੁਰੂ ਹੁੰਦੀ ਹੈ ਅਤੇ ਜੁਲਾਈ ਅਗਸਤ ਦੇ ਵਿੱਚ ਉੱਥੇ ਕਟਾਈ ਹੁੰਦੀ ਆ। ਇੱਥੇ ਤੇ ਆਪਣੇ ਅਪ੍ਰੈਲ ਦੇ ਵਿੱਚ ਹਿੰਦੁਸਤਾਨ 'ਚ ਕੱਟੀਆਂ ਜਾਂਦੀਆਂ। ਸੋ ਇਸ ਕਰਕੇ ਸਮੂਹ ਆਈ ਸੰਗਤ ਨੂੰ ਲੱਖ ਲੱਖ ਵਧਾਈ। ਅਤੇ ਆਓ ਜਿਹੜੀ ਚੀਜ਼ ਮਹਾਰਾਜ ਨੇ ਅੰਮ੍ਰਿਤ ਛਕਾਉਣ ਵਾਸਤੇ ਵਾਅਦਾ ਕੀਤਾ ਸੀ ਇੱਕ ਭਾਈ ਜੈਤੇ ਦੇ ਨਾਲ, ਜਦੋਂ ਦਿੱਲੀ ਤੋਂ ਲੁਕਦੇ ਛਿਪਕਦੇ ਸਰੀਰ ਲੈ ਕਰਕੇ ਨਾ, ਮਹਾਰਾਜ ਦਾ ਸੀਸ ਲੈ ਕਰਕੇ ਭਾਈ ਜੈਤਾ
ਪਹੁੰਚਿਆ ਸੀਗਾ ਨਾ ਅਨੰਦਪੁਰ ਸਾਹਿਬ ਮਾਤਾ ਗੁਜਰੀ ਤੇ ਮਾਮਾ ਕਿਰਪਾਲ ਦਾਸ ਨੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੀਸ ਭੇਂਟ ਕਰਨਾ ਸੀਗਾ। ਤੇ ਉਸ ਵੇਲੇ ਦੀ ਇੱਕ ਗੱਲ ਜਿਹੜੀ ਮਹਾਰਾਜ ਨੇ ਪੁੱਛੀ ਸੀ ਉਹ ਵੀ ਤੁਹਾਨੂੰ ਮੈਂ ਗੀਤਾਂ ਦੇ ਵਿੱਚ ਦੇਵਾਂਗਾ। ਤੇ ਮੈਂ ਚੰਦ ਗੀਤ ਤੁਹਾਡੇ ਨਾਲ ਸਾਂਝੇ ਕਰਦਾ ਵਾਂ। ਤੇ ਆਓ ਸਭ ਤੋਂ ਪਹਿਲਾਂ ਜਿਹੜਾ ਗੀਤ ਹੈਗਾ ਉਹ ਸੰਗਤਾਂ ਅੱਜ ਦੇ ਦਿਹਾੜੇ ਦੇ ਉੱਤੇ ਅਨੰਦਪੁਰ ਨੂੰ ਜਾਣ ਵਾਸਤੇ ਨਾ ਕੰਢੀ ਦੇ ਇਲਾਕਿਆਂ ਦੇ ਵਿੱਚੋਂ ਤਾਂ ਆਉਂਦੇ ਹੀ ਆਉਂਦੇ ਸੀ ਅਨੰਦਪੁਰ ਜਾਣ ਨੂੰ। ਤੇ ਸੰਗਤਾਂ ਦੇਖੋ ਕੀ ਗਾਉਂਦੀਆਂ ਆ ਰਹੀਆਂ ਹੈਗੀਆਂ ਅਨੰਦਪੁਰ ਨੂੰ। ਤੇ ਤੁਸੀਂ ਮੈਂ ਤੁਹਾਨੂੰ ਉਸ ਅਨੰਦਪੁਰ ਦੇ ਇਲਾਕੇ 'ਚ ਲੈ ਕੇ ਚੱਲਦਾ ਆਪਣੇ ਵਿਚਾਰਾਂ ਦੇ ਨਾਲ। ਤੇ ਆਓ ਸਾਰੇ ਅਨੰਦਪੁਰ ਦੇ ਉਹ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਾਂ ਦਰਸ਼ਨ ਕਰਕੇ ਆਈਏ ਅਨੰਦਪੁਰ ਸਾਹਿਬ ਦੇ। ਤੁਸੀਂ ਸਾਰੇ ਮੋਸਟਲੀ ਅਨੰਦਪੁਰ ਜ਼ਰੂਰ ਗਏ ਹੋਵੋਗੇ ਤੇ ਮੈਂ ਤੁਹਾਨੂੰ ਆਪਣੇ ਲਫ਼ਾਜ਼ਾਂ ਰਾਹੀਂ ਨਾ ਅੱਜ ਅਨੰਦਪੁਰ ਲੈ ਕੇ ਚੱਲਦਾ ਵਾਂ। ਤੇ ਜ਼ਰੂਰ ਜਾਓਗੇ, ਮੈਨੂੰ ਇੰਨਾ ਪਤਾ ਹੈਗਾ, ਕਿਉਂਕਿ ਤੁਸੀਂ ਕੋਈ ਵੀ ਬੰਦਾ ਜਿਹੜਾ ਉੱਥੇ ਜਾਇਆ ਨਾ ਉਹ ਰਹਿ ਨਹੀਂ ਸਕਦਾ। ਉਹ ਆਪਣੇ ਉਸ ਵੇਲੇ ਦੇ ਵਕਤ ਨੂੰ ਜ਼ਰੂਰ ਚੇਤੇ ਕਰੇਗਾ। ਤੇ ਮੈਂ ਤੁਹਾਨੂੰ ਪੁਰਾਣੀਆਂ ਯਾਦਾਂ ਜਿਹੜੀਆਂ ਤੁਹਾਡੀਆਂ ਯਾਦ ਕਰਾਉਣ ਲੱਗਾ ਵਾਂ। ਤੇ ਉਸ ਵੇਲੇ ਬੀਬੀਆਂ ਜਿਹੜੀਆਂ ਸੀ ਨਾ ਉਹ ਜਦੋਂ ਮਹਾਰਾਜ ਦੇ ਦਰਬਾਰ ਨੂੰ ਜਾਂਦੀਆਂ ਸੀ ਨਾ ਤੇ ਉਹ ਕਿੱਦਾਂ ਗਾਉਂਦੀਆਂ ਜਾਂਦੀਆਂ ਸੀ। ਮੈਂ ਉਹ ਗੀਤ ਤੁਹਾਡੇ ਚਰਨਾਂ 'ਚ ਰੱਖਣ ਲੱਗਾ ਵਾਂ। ਪਹਿਲਾਂ ਮਹਾਰਾਜ ਦੇ ਚਰਨਾਂ 'ਚ ਮੇਰੀ ਅਰਦਾਸ ਹੈ। ਹਾਂਜੀ। ਪਹਿਲੀ ਉਪਮਾ ਤੇਰੀ ਦਾਤਾ ਤੇ ਦੂਜੀ ਤੇਰੀ ਖੁਦਾਈ, ਤੀਜੀ ਤੇਰੀ ਓਟ ਆਸਰਾ ਤੇ ਚੌਥੀ ਰਹਿਨਮਾਈ। ਪੰਜ ਕਰੋ ਸੋ ਤੇਰਾ ਮਾਨ ਤੇ ਪੰਚਮ ਸਾਂਝ ਜਗਾਈ। ਮੈਂ ਨੀਜ ਤੇਰੇ ਦਾਸ ਕੋ ਦਾਸਾ ਤੇ ਤਨ ਨਾਨਕ ਸਭ ਤੇਰੀ ਵਡਿਆਈ। ਤਨ ਦਰਸ਼ਨ ਸਭ ਤੇਰੀ ਵਡਿਆਈ। ਨਾਨਕ ਸੱਚ ਹੈ, ਨਾਨਕ ਹੈ ਵੀ ਸੱਚ, ਨਾਨਕ ਸੱਚ ਹੈ ਤੇ ਨਾਨਕ ਸਦਾ ਹੀ ਸੱਚ। ਸਈਓ ਨੀ ਅਜ ਆਈ ਵਸਾਖੀ, ਸਈਓ ਨੀ ਅਜ ਆਈ ਵਸਾਖੀ। ਮੋਏ ਫਿਰ ਜੀਵਾਉਣ ਲਈ, ਮੋਏ ਫਿਰ ਜੀਵਾਉਣ ਲਈ। ਚੁਣ ਚੁਣ ਕਲੀਆਂ ਹਾਰ ਬਣਾਓ, ਚੁਣ ਚੁਣ ਕਲੀਆਂ ਹਾਰ ਬਣਾਓ। ਕਲਗੀਧਰ ਦੇ ਪਾਉਣ ਲਈ, ਕਲਗੀਧਰ ਦੇ ਪਾਉਣ ਲਈ। ਸਈਓ ਨੀ ਅਜ ਆਈ ਵਸਾਖੀ, ਸਈਓ ਨੀ ਅਜ ਆਈ ਵਸਾਖੀ। ਮੋਏ ਫਿਰ ਜੀਵਾਉਣ ਲਈ, ਮੋਏ ਫਿਰ ਜੀਵਾਉਣ ਲਈ। ਨੂਰੀ ਮੁਖੜਾ ਨੂਰੀ ਕਲਗੀ, ਹੱਥ ਵਿੱਚ ਤੀਰ ਕਮਾਨ ਹੈ ਵੇ। ਨੂਰੀ ਮੁਖੜਾ ਨੂਰੀ ਕਲਗੀ, ਹੱਥ ਵਿੱਚ ਤੀਰ ਕਮਾਨ ਹੈ। ਨੀਲਾ ਕੋੜਾ ਬੰਕਾ ਜੋੜਾ, ਨੀਲਾ ਕੋੜਾ ਬੰਕਾ ਜੋੜਾ। ਜਗ ਤੋਂ ਨਿਰਾਲੀ ਸ਼ਾਨ ਹੈ, ਜਗ ਤੋਂ ਨਿਰਾਲੀ ਸ਼ਾਨ ਹੈ। ਸਈਓ ਨੀ ਅਜ ਆਈ ਵਸਾਖੀ, ਸਈਓ ਨੀ ਅਜ ਆਈ ਵਸਾਖੀ। ਮੋਏ ਫਿਰ ਜੀਵਾਉਣ ਲਈ, ਮੋਏ ਫਿਰ ਜੀਵਾਉਣ ਲਈ। ਮਸਤ ਨੈਣ ਮਤ ਵਾਲੇ ਉਸਦੇ, ਮਦਰ ਰਸੀਲੇ ਬੋਲਨੀ ਓ। ਮਸਤ ਨੈਣ ਮਤ ਵਾਲੇ
मदर रसीले बोलनी। लख लुके पर टोलन वाले, लख लुके पर टोलन वाले, लैंदे उसनू टोलनी, लैंदे उसनू टोलनी। सईयो नी अज आई वसाखी, सईयो नी अज आई वसाखी, मोए फिर जी बाण लई, मोए फिर जी बाण लई। चुन चुन कलियां हार बनाओ, चुन चुन कलियां हार बनाओ, कलगीधर दे पाउण लई, कलगीधर दे पाउण लई। सईयो नी अज आई वसाखी, मोए फिर जी गाउण लई। बाजां दे नाल लड़ना चिड़ियां, वाको तक सरकार दा। ओ बाजां दे नाल लड़ना चिड़ियां, वाको तक सरकार दा। वेखण चलिए अजब नजारा, वेखण चलिए अजब नजारा, प्रीतम दे दरबार दा, प्रीतम दे दरबार दा। सईयो नी अज आई वसाखी, सईयो नी अज आई वसाखी, मोए फिर जी बाण लई, मोए फिर जी बाण लई। सुनिया नी ओ सुनिया नी उस अमृत वंडना, कर्मा वाले पीणगे। ओ सुनिया नी उस अमृत वंडना, कर्मा वाले पीणगे। अमर अमृत प्याले पी के, अमर अमृत प्याले पी के, सदा अमर हो जाएंगे, सदा अमर हो जाएंगे। सईयो नी अज आई वसाखी, सईयो नी अज आई वसाखी, मोए फिर जी बाण लई, मोए फिर जी बाण लई। सुनिया नी उस अमृत वंडना, कर्मा वाले पीणगे। ओ सुनिया नी उस अमृत वंडना, कर्मा वाले पीणगे। अमर अमृत प्याले पी के, अमर अमृत प्याले पी के, सदा अमर हो जीणगे, सदा अमर हो जीणगे। सईयो नी अज आई वसाखी, सईयो नी अज आई वसाखी, मोए फिर जी बाण लई, मोए फिर जी बाण लई। चुन चुन कलियां हार बनाओ, चुन चुन कलियां हार बनाओ, कलगीधर दे पाउण लई, कलगीधर दे पाउण लई। सईयो नी अज आई वसाखी, मोए फिर जी बाण लई। चुन चुन कलियां हार बनाओ, कलगीधर दे पाउण लई, कलगीधर दे पाउण लई। ਇਹ ਸੰਗਤਾਂ ਮੇਲੇ ਦੇ ਵਿੱਚ ਆ ਰਹੀਆਂ ਅਨੰਦਪੁਰ ਨੂੰ, ਜਿਹੜਾ ਮੈਂ ਸੀਨ ਤੁਹਾਡੇ ਚਰਨਾਂ 'ਚ ਭੇਂਟ ਕੀਤਾ। ਤੋ ਇੱਕ ਸ਼ਾਇਰ ਜਿਹਦਾ ਮੈਂ ਕਾਫੀ ਫੈਨ ਸੀਗਾ,
ਤੇ ਜਦ ਵੀ ਮੈਂ ਉਹਦਾ ਕੋਈ ਗੀਤ ਸੁਣਦਾ ਸੀ ਤਾਂ ਮੈਨੂੰ ਖੁਦ ਨੂੰ ਉਹਦੇ ਗੀਤ ਗਾਉਣ ਵਾਸਤੇ ਬੜਾ ਮੌਕਾ ਮਿਲਿਆ। ਤੇ ਇਹ ਗੀਤ ਇੱਕ ਜਿਹੜਾ ਹਿੰਦੁਸਤਾਨ ਦੀ ਧਰਤੀ 'ਤੇ ਦਸੂਏ ਦੇ ਰਹਿਣ ਵਾਲਾ ਸੀਗਾ, ਉਹਦੇ ਕਲਮ ਦੇ ਵਿੱਚੋਂ ਇੱਦਾਂ ਦੇ ਗੀਤ ਨਿਕਲਦੇ ਸੀਗੇ ਕਿ ਜਦ ਕੋਈ ਗੀਤ ਗਾਉਂਦਾ ਸੀ ਤਾਂ ਸੰਗਤ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਸੀ। ਤਾਂ ਆਓ ਮੈਂ ਉਹਨਾਂ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇਸ ਦਿਨ ਦੇ ਉੱਤੇ ਜਿਹੜੀ ਉਹਨਾਂ ਸੰਗਤ ਨੂੰ ਐਡੀ ਵੱਡੀ ਦਾਤ ਦਿੱਤੀ ਤੇ ਮੈਂ ਤੁਹਾਡੇ ਚਰਨਾਂ 'ਚ ਰੱਖਣ ਲੱਗਿਆ ਵਾਂ। ਪਤਾ ਨਹੀਂ ਕਿ ਬਾਟੇ ਵਿੱਚ ਘੋਲ ਕੇ ਪਿਲਾ ਗਿਆ, ਪਤਾ ਨਹੀਂ ਕਿ ਬਾਟੇ ਵਿੱਚ ਘੋਲ ਕੇ ਪਿਲਾ ਗਿਆ। ਮੋਈ ਮੁਕੀ ਜਿੰਦਾ ਜਦੋਂ 12 ਜਾਨ ਪਾ ਗਿਆ, ਮੋਈ ਮੁਕੀ ਜਿੰਦਾ ਜਦੋਂ 12 ਜਾਨ ਪਾ ਗਿਆ। ਪਤਾ ਨਹੀਂ ਕਿ ਬਾਟੇ ਵਿੱਚ ਘੋਲ ਕੇ ਪਿਲਾ ਗਿਆ, ਪਤਾ ਨਹੀਂ ਕਿ ਬਾਟੇ ਵਿੱਚ ਘੋਲ ਕੇ ਪਿਲਾ ਗਿਆ। ਪੰਜਾਂ ਬਾਣੀਆਂ ਚੋਂ ਹੀ ਪਿਆਰਾ ਪੰਥ ਸਾਜਿਆ, ਪੰਜਾਂ ਬਾਣੀਆਂ ਚੋਂ ਹੀ ਪਿਆਰਾ ਪੰਥ ਸਾਜਿਆ। ਪੰਜੇ ਮਾਰੇ ਪੰਜੇ ਤਾਰੇ ਪੰਜਾਂ ਨੂੰ ਨਿਵਾਜਿਆ, ਪੰਜੇ ਮਾਰੇ ਪੰਜੇ ਤਾਰੇ ਪੰਜਾਂ ਨੂੰ ਨਿਵਾਜਿਆ। ਆਪੇ ਗੁਰੂ ਆਪੇ ਚੇਲਾ, ਆਪੇ ਗੁਰੂ ਆਪੇ ਚੇਲਾ, ਗੁਰੂ ਚੇਲਾ ਅਖਵਾ ਗਿਆ। ਪਤਾ ਨਹੀਂ ਕਿ ਬਾਟੇ ਵਿੱਚ ਘੋਲ ਕੇ ਪਿਲਾ ਗਿਆ, ਪਤਾ ਨਹੀਂ ਕਿ ਬਾਟੇ ਵਿੱਚ ਘੋਲ ਕੇ ਪਿਲਾ ਗਿਆ। ਪਿਤਾ ਦਸ਼ਮੇਸ਼ ਜੀ ਚੋਜ ਤਾਂ ਦਿਖਾ ਗਏ, ਪਿਤਾ ਦਸ਼ਮੇਸ਼ ਜੀ ਚੋਜ ਤਾਂ ਦਿਖਾ ਗਏ। ਸ਼ੇਰਨੀ ਦਾ ਦੁੱਧ ਗਿੱਦੜਾਂ ਨੂੰ ਪਿਲਾ ਗਏ, ਸ਼ੇਰਨੀ ਦਾ ਦੁੱਧ ਗਿੱਦੜਾਂ ਨੂੰ ਪਿਲਾ ਗਏ। ਸਵਾ ਸਵਾ ਲੱਖ ਨਾਲ, ਸਵਾ ਸਵਾ ਲੱਖ ਨਾਲ ਇੱਕ ਨੂੰ ਲੜਾ ਗਿਆ, ਸਵਾ ਸਵਾ ਲੱਖ ਨਾਲ ਇੱਕ ਨੂੰ ਲੜਾ ਗਿਆ। ਪਤਾ ਨਹੀਂ ਕਿ ਬਾਟੇ ਵਿੱਚ ਘੋਲ ਕੇ ਪਿਲਾ ਗਿਆ, ਪਤਾ ਨਹੀਂ ਕਿ ਬਾਟੇ ਵਿੱਚ ਘੋਲ ਕੇ ਪਿਲਾ ਗਿਆ। ਖੂਨ ਅਤੇ ਮਿੱਝ ਨਾਲ ਸਿੱਖੀ ਮੈਲੀ ਉਸਾਰਿਆ, ਖੂਨ ਅਤੇ ਮਿੱਝ ਨਾਲ ਸਿੱਖੀ ਮੈਲੀ ਉਸਾਰਿਆ। ਪਿਤਾ ਬਾਰ ਪੁੱਤਰਾਂ ਚਾਹਨੂੰ ਹੀ ਵਾਰਿਆ, ਪਿਤਾ ਬਾਰ ਪੁੱਤਰਾਂ ਚਾਹਨੂੰ ਹੀ ਵਾਰਿਆ। ਦੋ ਚਮਕੌਰ ਦੋ ਨੀਆਂ ਚ ਚਣਾ ਗਿਆ, ਦੋ ਚਮਕੌਰ ਦੋ ਨੀਆਂ ਚ ਚਣਾ ਗਿਆ। ਪਤਾ ਨਹੀਂ ਕਿ ਬਾਟੇ ਵਿੱਚ ਘੋਲ ਕੇ ਪਿਲਾ ਗਿਆ, ਪਤਾ ਨਹੀਂ ਕਿ ਬਾਟੇ ਵਿੱਚ ਘੋਲ ਕੇ ਪਿਲਾ ਗਿਆ। ਜੰਗ ਦੇ ਮੈਦਾਨ ਵਿੱਚ ਸਿੰਘ ਰਹਿਣ ਡਾਟੇ ਦੇ, ਜੰਗ ਦੇ ਮੈਦਾਨ ਵਿੱਚ ਸਿੰਘ ਰਹਿਣ ਡਾਟੇ ਦੇ। ਦੇਸ਼ ਪਿੱਛੇ ਸੰਗ ਤੇ ਤਸੀਹੇ ਰਹਿਣ ਘਟ ਦੇ, ਦੇਸ਼ ਪਿੱਛੇ ਸੰਗ ਤੇ ਤਸੀਹੇ ਰਹਿਣ ਘਟ ਦੇ। ਖਾਣ ਲੱਗਾ ਖਾਲਸਾ ਤਾਂ, ਖਾਣ ਲੱਗਾ ਖਾਲਸਾ ਤਾਂ ਮੌਤ ਨੂੰ ਵੀ ਖਾ ਗਿਆ, ਖਾਣ ਲੱਗਾ ਖਾਲਸਾ ਤੇ ਮੌਤ ਨੂੰ ਵੀ ਖਾ ਗਿਆ। ਪਤਾ ਨਹੀਂ ਕਿ ਬਾਟੇ ਵਿੱਚ ਘੋਲ ਕੇ ਪਿਲਾ ਗਿਆ, ਪਤਾ ਨਹੀਂ ਕਿ ਬਾਟੇ ਵਿੱਚ ਘੋਲ ਕੇ ਪਿਲਾ ਗਿਆ। ਮੋਈ ਮੁਕੀ ਜਿੰਦਾ ਜਦੋਂ 12 ਜਾਨ ਪਾ ਗਿਆ, ਮੋਈ ਮੁਕੀ ਜਿੰਦਾ ਚ ਦੁਬਾਰਾ ਜਾਨ ਪਾ ਗਿਆ। ਪਤਾ ਨਹੀਂ ਕਿ ਬਾਟੇ ਵਿੱਚ ਘੋਲ ਕੇ ਪਿਲਾ ਗਿਆ, ਪਤਾ ਨਹੀਂ ਕਿ ਬਾਟੇ ਵਿੱਚ ਘੋਲ ਕੇ ਪਿਲਾ ਗਿਆ।
ਕਲਗੀ ਵਾਲਿਆ ਤੇਥੋਂ ਕੁਰਬਾਨ ਜਾਵਾਂ, ਕਲਗੀ ਵਾਲਿਆ ਤੇਥੋਂ ਕੁਰਬਾਨ ਜਾਵਾਂ, ਭਾਰਤ ਬਰਛ ਦੀ ਲਾਜ ਬਚਾ ਗਿਓ ਤੂੰ, ਪੂਜਨ ਜੋਗ ਹੈ ਤੇਰਾ ਸਰਵੰਸ ਦਾਤਾ, ਭੇਟਾ ਦੇਸ਼ ਦੇ ਲਈ ਚੜਾ ਗਿਓ ਤੂੰ। ਦੇਸ਼ ਧਰਮ ਦੇ ਇਸ ਚਿਰਾਗੀ ਅੰਦਰ, ਦੇਸ਼ ਧਰਮ ਦੇ ਇਸ ਚਿਰਾਗੀ ਅੰਦਰ, ਤੇਲ ਪੁੱਤਾਂ ਦੇ ਖੂਨ ਦਾ ਪਾ ਗਿਓ ਤੂੰ, ਜਗਦਾ ਰਹੂ ਜਹਾਨ ਤੇ ਹਸ਼ਰ ਤੀਕਰ, ਤੇ ਦੀਪਕ ਅਣਖ ਦਾ ਜਿਹੜਾ ਜਗਾ ਗਿਓ ਤੂੰ, ਜਗਦਾ ਰਹੂ ਜਹਾਨ ਤੇ ਹਸ਼ਰ ਤੀਕਰ, ਤੇ ਦੀਪਕ ਅਣਖ ਦਾ ਜਿਹੜਾ ਜਗਾ ਗਿਓ ਤੂੰ। ਭਾਰਤ ਵਾਸੀਓ ਗੁਰੂ ਦਸ਼ਮੇਸ਼ ਜੀ ਨੇ ਸਿੱਖੀ ਪੰਥ ਸਜਾਇਆ ਤਾਂ ਦੇਸ਼ ਖਾਤਰ, ਗੁਰੂ ਖਾਲਸਾ ਪੰਥ ਦੇ ਪਿਆਰਿਆਂ ਨੇ ਬੰਦ ਬੰਦ ਕਟਵਾਇਆ ਤਾਂ ਦੇਸ਼ ਖਾਤਰ, ਸੋਹਣੇ ਚੰਨ ਜੈ ਜਿਗਰ ਦੇ ਟੋਟੀਆਂ ਨੂੰ ਨੀਆਂ ਵਿੱਚ ਚਿਣਾਇਆ ਤਾਂ ਦੇਸ਼ ਖਾਤਰ, ਰਾਜ ਭਾਗ ਸੁਖ ਚੈਨ ਪਰਿਵਾਰ ਸਾਰਾ ਖਾਨਦਾਨ ਲੁਟਾਇਆ ਤਾਂ ਦੇਸ਼ ਖਾਤਰ, ਚੌਹਾਂ ਚੰਨਾਂ ਚੋਂ ਇੱਕ ਨਾ ਰੱਖੀ, ਚੌਹਾਂ ਚੰਨਾਂ ਚੋਂ ਇੱਕ ਨਾ ਰੱਖੀ, ਆਪਣੇ ਕੋਲ ਨਿਸ਼ਾਨੀ ਦੇ ਦਿੱਤੀ ਸਰਵੰਸ ਦੀ ਜਿਸਨੇ ਧਰਮ ਹੇਤ ਕੁਰਬਾਨੀ। ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ। ਗੁਰੂ ਪਿਆਰੇ ਸਾਧ ਸੰਗਤ ਜੀਓ, ਆਓ ਹੁਣ ਮੈਂ ਤੁਹਾਨੂੰ ਸਤਲੁਜ ਦਰਿਆ ਦੇ ਕੰਢੇ ਤੇ ਲੈ ਕੇ ਚੱਲਾਂ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਾਅਦਾ ਕੀਤਾ ਸੀ ਭਾਈ ਜੇਤੇ ਨਾਲ। ਜੇਤੇ ਜਦ ਗੁਰੂ ਪਿਤਾ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ, ਤੇ ਗੁਰਸਿੱਖਾ ਉੱਥੇ ਆਪਣੇ ਲੋਕ ਕਿੰਨੇ ਸੀਗੇ, ਆਪਣੀ ਸੰਗਤ ਕਿੰਨੀ ਸੀ। ਇੱਕ ਮਿੰਟ ਲਈ ਚੁੱਪ ਹੋ ਗਿਆ ਭਾਈ ਜੇਤਾ ਜੀ। ਕਹਿੰਦੇ ਜੇਤੇ ਬੋਲ, ਮੈਂ ਕੀ ਪੁੱਛਿਆ ਤੈਨੂੰ। ਮਾਤਾ ਗੁਜਰੀ, 5 ਸਿੰਘ ਤੇ ਮਾਮਾ ਕਿਰਪਾਲ ਜੀ ਕੋਲ ਖੜੇ ਸੁਣ ਰਹੇ ਹੈਗੇ। ਮਹਾਰਾਜ ਨੇ ਸਵਾਲ ਕੀਤਾ ਭਾਈ ਜੇਤੇ ਨੂੰ, ਭਾਈ ਜੇਤੇ ਉੱਥੇ ਕਿੰਨੀ ਕੁ ਆਪਣੀ ਸੰਗਤ ਸੀ, ਆਪਣੇ ਲੋਕ ਕਿੰਨੇ ਕੁ ਗੁਰਸਿੱਖ ਸੀਗੇ। ਜੇਤੇ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਤਰਲ ਤਰਲ ਵਗ ਉੱਠਿਆ। ਜਵਾਬ ਦੇਣ ਤੋਂ ਪਹਿਲਾਂ ਜੇਤੇ ਦੀਆਂ ਅੱਖਾਂ ਦੇ ਵਿੱਚ ਜਦੋਂ ਪਾਣੀ ਆਇਆ, ਮਹਾਰਾਜ ਵੇਖ ਕੇ ਕਹਿੰਦਾ, ਤੂੰ ਸ਼ੇਰ ਹੈ ਰਗਰੇਟੇ ਗੁਰੂ ਕੇ ਬੇਟੇ। ਵੱਡਾ ਵਚਨ ਦਿੱਤਾ ਮਹਾਰਾਜ ਨੇ, ਤੂੰ ਗੁਰੂ ਦਾ ਪੁੱਤਰ ਹੈ, ਤੇਰੀਆਂ ਅੱਖਾਂ ਦੇ ਵਿੱਚ ਪਾਣੀ ਕਿਉਂ ਆ ਗਿਆ, ਮੈਨੂੰ ਦੱਸ। ਉਸ ਵੇਲੇ ਉੱਥੇ ਕਿੰਨੇ ਕੁ ਆਪਣੇ, ਕਹਿੰਦਾ ਮਹਾਰਾਜ ਹੌਲੀ ਦੇਣੀ ਬੋਲਿਆ, ਕਹਿੰਦਾ ਮਹਾਰਾਜ ਕੋਈ ਪਤਾ ਨਹੀਂ ਸੀ, ਦੁਨੀਆ ਬਹੁਤ ਇਕੱਠੀ ਹੋਈ ਸੀ। ਮੁਗਲ ਪਠਾਨੀਆਂ ਤੇ ਪਠਾਨ ਲੋਕ ਜਿਹੜੇ ਸੀਗੇ ਉਹ ਵੀ ਧਾਹਾਂ ਮਾਰ ਕੇ ਰੋਂਦੇ ਸੀ ਜਦੋਂ ਗੁਰੂ ਪਿਤਾ ਨੂੰ ਇਹ ਤਸੀਹਾ ਦਿੱਤਾ ਜਾਣ ਲੱਗਾ। ਤੇ ਕੋਠਿਆਂ ਦੇ ਉੱਤੇ ਸੁਆਣੀਆਂ ਰੋ ਰਹੀਆਂ, ਤੇ ਹਲਾਂ ਦੇ ਹੱਕਣ ਵਾਲੇ ਜਿਹੜੇ ਹੈਗੇ ਹਾਲੀ ਰੋ ਰਹੇ ਆ, ਤੇ ਹੱਥਾਂ ਵਿੱਚ ਪ੍ਰਾਣੀਆਂ ਰੋ ਰਹੀਆਂ ਸੀ। ਹਾਲੀ ਹਲ ਰੋਏ, ਹੱਥਾਂ ਵਿੱਚ ਪ੍ਰਾਣੀਆਂ ਰੋ ਪਈਆਂ। ਕੀ ਦੱਸਾਂ ਮੈਂ ਪਾਤਸ਼ਾਹ, ਉਸ ਸਾਕੇ ਨੂੰ ਵੇਖ ਕੇ ਮੁਗਲ ਪਠਾਨੀਆਂ ਰੋ ਪਈਆਂ। ਹਰ ਇੱਕ ਦੀਆਂ ਅੱਖਾਂ ਦੇ ਵਿੱਚ ਆਂਸੂ ਚੋਏ। ਬਾਲਕਾ ਮੈਂ ਕੀ ਦੱਸਾਂ, ਮੈਨੂੰ ਦਿਸਿਆ ਹੀ ਨਹੀਂ ਆਪਣਾ ਕੌਣ ਹੈ ਤੇ ਪਰਾਇਆ ਕੌਣ ਹੈ। ਕੋਈ ਨਿਸ਼ਾਨੀ ਨਹੀਂ ਸੀਗੀ ਉੱਥੇ। ਕਹਿੰਦੇ ਅੱਛਾ ਕੋਈ ਨਿਸ਼ਾਨੀ ਨਹੀਂ ਸੀਗੀ। ਕਹਿੰਦੇ ਮਹਾਰਾਜ ਕੋਈ ਨਿਸ਼ਾਨੀ ਨਹੀਂ ਸੀ, ਪਤਾ ਨਹੀਂ ਲੱਗਦਾ ਆਪਣਾ ਕੌਣ। ਸਭ ਲੋਕ ਰੋਂਦੇ ਪਏ ਸੀਗੇ, ਅੱਖਾਂ 'ਚੋਂ ਪਾਣੀ ਵਗਦਾ ਸੀਗਾ। ਸੌ ਮੁਗਲ ਪਠਾਨੀਆਂ ਰੋ ਪਈਆਂ, ਹਾਲੀ ਹਲ ਰੋਏ, ਹੱਥਾਂ ਵਿੱਚ ਪ੍ਰਾਣੀਆਂ ਰੋ ਪਈਆਂ। ਇਸੀ ਨੇ ਇੱਦਾਂ ਦਾ ਸੀ। 2 ਮਿੰਟਾਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਸ 9-10 ਸਾਲ ਦੀ ਅਵਸਥਾ ਦੇ ਵਿੱਚ ਗਰਜ ਕੇ ਬੋਲੇ, ਕਹਿੰਦੇ ਭਾਈ ਜੈਤਾ ਇੱਕ ਦਿਨ ਆਏਗਾ
मैं देवांगा निशानी अपने बंदियां नूं, मैं देवांगा निशानी। अज आनंदपुर साहब दे उस मंच के उत्ते खड़ करके भाई जेता सिंह नूं बाज मार के कहंदे, जेता जी मैं तुहानूं सवाल कीता हैगा सतलुज दरिया के कंढे ते जदों गुरु पिता दा सीस भेंट कीता सी, आओ मैं तुहानूं दस्सां। गरज के गुरु गोबिंद सिंह महाराज तलवार हत्थ दे विच फड़ के ना ते जिले भाई जेता नूं बाज मारी, भाई जेता आओ मैं तुहानूं दस्सां, अज मैं निशानी देण लगा अपणिआं दी। ते महाराज ने ऐ लफ्ज़ बोले, हत्थ विच नंगी तलवार फड़ के, हत्थ विच नंगी तलवार फड़ के, गुरु बोले अखां अंगियार करके, गुरु बोले अखां अंगियार करके। हत्थ विच नंगी तलवार फड़ के, हत्थ विच नंगी तलवार फड़ के, गुरु बोले अखां अंगियार करके। ऐसा सिंह सूरमा सजाऊं जेतिया, ओ ऐसा सिंह सूरमा सजाऊं जेतिया, लखां चों पछाणिया ओ जाऊं जेतिया, लखां चों पछाणिया ओ जाऊं जेतिया। हत्थ विच नंगी तलवार फड़ के, गुरु बोले अखां अंगियार करके। पंजा सिरां विचों पैदा खालसा करूं, ओ पंजा सिरां विचों पैदा खालसा करूं, रोम रोम बिच ओदे अणखां भरूं, रोम रोम बिच ओदे अणखां भरूं। गिदड़ा तो शेर मैं बनाऊं जेतिया, गिदड़ा तो शेर मैं बनाऊं जेतिया, लखां चों पछाणिया ओ जाऊं जेतिया, लखां चों पछाणिया ओ जाऊं जेतिया। केस कड़ा कच्छा करपान वखरी, केस कड़ा कच्छा करपान वखरी, सिर दस्तार दी पहचान बकरी, सिर दस्तार दी पहचान बकरी। हथ जोड़ फतेह ओ बलाऊ जेतिया, हथ जोड़ फतेह ओ बलाऊ जेतिया, बोले सोनिया बोले सोनिया। हथ जोड़ फतेह ओ बलाऊ जेतिया, लखां चों पछाणिया ओ जाऊं जेतिया, लखां चों पछाणिया ओ जाऊं जेतिया। हथ विच नंगी तलवार फड़ के, गुरु बोले अखां अंगियार करके, गुरु बोले अखां अंगियार करके। हक अते सच दी लड़ाई लड़ेगा, हक अते सच दी लड़ाई लड़ेगा, अपने ना किसे ते जुल्म करेगा, अपने ना किसे ते जुल्म करेगा। बैरियां नूं भाजड़ा ओ भाऊ जेतिया, बैरियां नूं भाजड़ा ओ भाऊ जेतिया, लखां चों पछाणिया ओ जाऊं जेतिया, लखां चों पछाणिया ओ जाऊं जेतिया। हथ विच नंगी तलवार फड़ के, हथ विच नंगी तलवार फड़ के, गुरु बोले अखां अंगियार करके। ऐसा सिंह सूरमा सजाऊं जेतिया, ऐसा सिंह सूरमा सजाऊं जेतिया, लखां चों पछाणिया ओ जाऊं जेतिया, लखां चों पछाणिया ओ जाऊं जेतिया। खालसे दी सदा रहू चढ़दी कला, खालसे दी सदा रहू चढ़दी कला, लोड़े गल सोई जो सरबत दा भला, लोड़े गल सोई सरबत दा भला। दुखियां लई जान लेके लाऊ जेतिया, दुखियां लई जान लेके लाऊ जेतिया, लखां चों पछाणिया ओ जाऊं जेतिया, लखां चों पछाणिया ओ जाऊं जेतिया। हथ विच नंगी तलवार फड़ के,
ਹੱਥ ਵਿੱਚ ਨੰਗੀ ਤਲਵਾਰ ਫੜ ਕੇ ਗੁਰੂ ਬੋਲੇ ਅੱਖਾਂ ਅੰਗਿਆਰ ਕਰਕੇ ਗੁਰੂ ਬੋਲੇ ਅੱਖਾਂ ਅੰਗਿਆਰ ਕਰਕੇ ਐਸਾ ਸਿੰਘ ਸੂਰਮਾ ਸਜਾਉਂ ਜਿੱਤਿਆ ਐਸਾ ਸਿੰਘ ਸੂਰਮਾ ਸਜਾਉਂ ਜਿੱਤਿਆ ਲੱਖਾਂ ਚੋਂ ਪਛਾਣਿਆ ਜਾਊ ਜਿੱਤਿਆ ਲੱਖਾਂ ਚੋਂ ਪਛਾਣਿਆ ਜਾਊ ਜਿੱਤਿਆ ਬੋਲੇ ਸੋ